ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਕੱਦਸ ਗੋਦ ਦੇ ਵਿੱਚ ਜੁੜੇ ਬੈਠੇ ਬਹੁਤ ਹੀ ਅਜ਼ੀਜ਼ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਫਤਿਹ ਬੁਲੰਦ ਕਰੀਏ। ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ। ਕਈ ਵਾਰੀ ਇੰਜ ਲੱਗਦਾ ਹੈ ਕਿ ਇਸ ਸ਼ਹਾਦਤ ਦੇ ਜ਼ਲਾਲੀ ਰੂਪ ਨੂੰ ਸਮਝਣਾ, ਇਹਦੇ ਤੇ ਬੋਲਣਾ ਬਹੁਤ ਔਖਾ ਲੱਗਦਾ ਹੈ, ਕਿਉਂਕਿ ਜਦੋਂ ਅਸੀਂ ਇਸ ਵਰਤਾਰੇ ਦਾ ਬਹੁ ਦਿਸ਼ਾਵੀ ਚਿੰਤਨ ਕਰਦੇ ਹਾਂ ਤਾਂ ਸਾਡੇ ਸਾਹਮਣੇ ਕਈ ਵਿਚਾਰ ਨੇ। ਮੈਂ ਇਸ ਵਿਸ਼ੇ ਦੇ ਉੱਪਰ ਹੀ ਆਪਣੇ ਸਾਰੇ ਮਜ਼ਮੂਨ ਨੂੰ, ਆਪਣੇ ਪ੍ਰਕਰਣ ਨੂੰ ਕੇਂਦਰਿਤ ਰੱਖਾਂਗਾ। ਮੌਤ ਦੇ ਬਾਰੇ ਜਿੰਨੇ ਵੀ ਦੁਨੀਆ ਦੇ ਫਲਸਫੇ ਨੇ, ਉਹ ਇੱਕ ਗੱਲ ਤੇ ਆ ਕੇ ਟਿਕ ਜਾਂਦੇ ਨੇ ਕਿ ਮੋਸਟ ਅਨਅੰਡਰਸਟੈਂਡੇਬਲ ਮਿਸਟਰੀ, ਜਿਸ ਗੁੰਝਲ ਨੂੰ ਸੁਲਝਾਉਣਾ ਬੜਾ ਔਖਾ ਹੈ, ਸਮਝਣਾ ਬਹੁਤ ਔਖਾ ਹੈ। ਪਰ ਜਦੋਂ ਅਸੀਂ ਧਾਰਮਿਕ ਸਕ੍ਰਿਪਚਰ ਦੀ ਗੱਲ ਕਰਦੇ ਹਾਂ, ਧਾਰਮਿਕ ਸਾਹਿਤ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਮਨੁੱਖਾ ਜਨਮ ਜਿਹੜਾ ਹੈ ਉਹ ਬੜਾ ਕੀਮਤੀ ਹੈ, ਅਣਮੁੱਲਾ ਹੈ, ਔਰ ਇੱਕੋ ਇੱਕ ਸਾਧਨ ਹੈ ਉਸ ਪਰਮਾਤਮਾ ਦੇ ਵਿੱਚ ਅਭੇਦ ਹੋਣ ਦਾ। ਸੋ ਉਹ ਕਿਹੜੇ ਆਦਰਸ਼, ਉਹ ਕਿਹੜੇ ਮਕਸਦ, ਜਾਂ ਫਿਰ ਉਹ ਕਿਹੜੇ ਕਾਰਨ ਹੁੰਦੇ ਨੇ ਕਿ ਮਨੁੱਖ ਆਪਣਾ ਆਪਾ ਕੁਰਬਾਨ ਕਰਨ ਦੇ ਵਾਸਤੇ ਤਿਆਰ ਹੋ ਜਾਂਦਾ ਹੈ? ਤੇ ਕੀ ਜਿਹੜੀ ਇਸ ਤਰ੍ਹਾਂ ਦੀ ਸ਼ਹਾਦਤ ਹੈ ਉਸ ਨੂੰ ਆਤਮਘਾਤ ਦੇ ਦਾਇਰੇ 'ਚ ਰੱਖ ਕੇ ਵੇਖਿਆ ਜਾ ਸਕਦਾ ਹੈ? ਜਦੋਂ ਅਸੀਂ ਹਿਊਮਨ ਸਾਈਕੋਲੋਜੀ ਦੀ ਗੱਲ ਕਰਦੇ ਹਾਂ, ਮਨੁੱਖੀ ਮਨੋਵਿਗਿਆਨ ਦੀ ਗੱਲ ਕਰਦੇ ਹਾਂ, ਤਾਂ ਅੱਜ ਤੱਕ ਜਿੰਨੀਆਂ ਵੀ ਦੁਨੀਆ ਤੇ ਇਵੇਂ ਦੀਆਂ ਘਟਨਾਵਾਂ ਵਾਪਰੀਆਂ ਨੇ, ਭਾਵੇਂ ਕਿ ਮੈਂ 18ਵੀਂ ਸਦੀ ਦੀ ਇੱਕ ਘਟਨਾ ਨੂੰ ਲਾਂਭੇ ਰੱਖ ਕੇ ਅੱਜ ਦੇ ਸਮੇਂ 'ਚ ਜਦੋਂ ਗੱਲ ਕਰਦਾ ਤਾਂ ਅਜੋਕੇ ਸਮੇਂ ਦੇ ਵਿੱਚ ਜਦੋਂ ਫਲਸਤੀਨ ਦੀ ਹਮਾਸ ਨਾਲ ਸੰਬੰਧਿਤ ਪਹਿਲੀ ਫੀਮੇਲ ਸੁਸਾਈਡ ਬੰਬਰ ਰੀਮ ਰਿਆਸ਼ੀ ਆਪਣੇ 3 ਸਾਲ ਦੇ ਬੱਚੇ ਔਰ 18 ਮਹੀਨੇ ਦੀ ਬੱਚੀ ਨੂੰ ਘਰ ਛੱਡ ਕੇ ਆਪਣੀ ਲੱਕ ਦੇ ਨਾਲ 2 ਕਿਲੋ ਬਰੂਦ ਬਣ ਕੇ ਇਜ਼ਰਾਈਲੀਆਂ ਦੇ ਕੇਂਦਰ 'ਚ ਜਾਂਦੀ ਹੈ, ਤੇ ਉਹਦੀ ਮਾਨਸਿਕਤਾ ਨੂੰ ਸਮਝਣ ਦੀ ਲੋੜ ਹੈ। ਬੱਚੇ ਨੂੰ ਛੱਡ ਕੇ ਇੱਕ ਮਾਂ ਦਾ ਆਪਣਾ ਆਪਾ ਕੁਰਬਾਨ ਕਰਨ ਵਾਸਤੇ ਜਾਣਾ, ਤੇ ਉਸ ਦਾ ਇਹ ਕਹਿਣਾ ਆਪਣੀ ਕੌਮੀਅਤ ਨੂੰ, ਮੈਨੂੰ ਪਤਾ ਹੈ ਮੇਰੇ ਜਿਸਮ ਦੇ ਟੁਕੜੇ ਹਵਾ ਵਿੱਚ ਉੱਡ ਜਾਣਗੇ, ਪਰ ਮੈਨੂੰ ਇਹ ਵੀ ਪਤਾ ਹੈ ਕਿ ਜੇ ਮੇਰੇ ਜਿਸਮ ਦੇ ਟੁਕੜੇ ਉੱਡਣੇ ਨੇ ਤੇ ਖੁਦਾ ਨੇ ਮੇਰੇ ਘਰ ਦੇ ਵਿੱਚ 2 ਚੰਦ ਵਰਗੇ ਟੁਕੜੇ ਦਿੱਤੇ ਨੇ, ਤੇ ਉਹਨਾਂ ਚੰਦ ਵਰਗੇ ਟੁਕੜਿਆਂ ਤੋਂ ਵੱਧ ਪਿਆਰ ਮੈਨੂੰ ਉਸ ਖੁਦਾ ਦੇ ਨਾਲ ਹੈ, ਤੇ ਉਸ ਖੁਦਾ ਦੀ ਖਲਕਤ ਦੇ ਉੱਪਰ ਜੇ ਜ਼ੁਲਮ ਹੁੰਦਾ ਹੈ ਤੇ ਮੈਂ ਆਪਣਾ ਤਨ ਅਡਾਉਣ ਦੇ ਵਾਸਤੇ ਤਿਆਰ ਹਾਂ। ਉੱਥੇ ਸਮਝਣਾ ਪਵੇਗਾ ਰੀਮ ਰਿਆਸ਼ੀ ਦੀ ਮਾਨਸਿਕਤਾ ਨੂੰ, ਕਿ ਉਹ ਕਿਹੜੀ ਮਾਨਸਿਕਤਾ ਹੈ ਜਿਸ ਮਾਨਸਿਕਤਾ ਨੇ ਮਜਬੂਰ ਕਰ ਦਿੱਤਾ ਕਿ ਉਹ ਆਪਣੀ ਕੌਮੀਅਤ ਦੇ ਵਾਸਤੇ ਆਪਾ ਕੁਰਬਾਨ ਕਰਨ ਵਾਸਤੇ ਤਿਆਰ ਹੈ। ਹੋਰ ਥੋੜਾ ਅੱਗੇ ਆ ਜਾਈਏ, ਦੀਮ ਮੌਜੀ ਰਾਜਾ ਰਤਨਮ, ਜਿਸ ਨੂੰ ਧਨੂ ਵੀ ਕਿਹਾ ਜਾਂਦਾ ਹੈ, ਜਿਸ ਦਾ ਦੂਸਰਾ ਨਾਮ ਪ੍ਰਿਆ ਵੀ ਹੈ ਤੇ ਤੀਸਰਾ ਨਾਮ ਗਾਇਤਰੀ ਵੀ ਹੈ, ਜਿਸ ਨੇ ਰਾਜੀਵ ਗਾਂਧੀ ਨੂੰ ਉਡਾਇਆ। ਜਦੋਂ ਉਸ ਦੇ ਉੱਪਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਐਨਾਲਿਸਿਸ ਕਰਦੀ ਹੈ ਤਾਂ ਬੇਸ਼ੱਕ ਉਹਦਾ ਜਿਹੜਾ ਉਹਦਾ ਪਿਤਾ ਰਾਜ ਰਤਨਮ ਸੀ, ਉਸ ਨੂੰ ਪ੍ਰਭਾਕਰਨ ਦਾ ਮੈਂਟਰ ਗਿਣਿਆ ਜਾਂਦਾ ਹੈ, ਉਹਦਾ ਉਪਦੇਸ਼ਕ ਹੈ, ਟੀਚਰ ਹੈ, ਪਰ ਕਹਿੰਦੇ ਉਹਦੇ ਪਿਤਾ ਤੋਂ ਵੱਧ ਪ੍ਰਭਾਵ ਇਸ ਗੱਲ ਦਾ ਹੈ ਕਿ ਜਿਸ ਵੇਲੇ ਰਾਜੀਵ ਗਾਂਧੀ ਨੇ ਸ਼੍ਰੀਲੰਕਾ ਦੇ ਵਿੱਚ IPKF ਇੰਡੀਅਨ ਪੀਸ ਕੀਪਿੰਗ ਫੋਰਸ ਭੇਜੀ ਤੇ ਉਹਦੇ ਨਾਲ ਵੀ ਬਲਾਤਕਾਰ ਹੋਇਆ ਸੀ। ਹੁਣ ਉਸ ਬਲਾਤਕਾਰ ਦੇ ਵਿੱਚੋਂ ਜਿਹੜਾ ਉਸ ਬੱਚੀ ਦੀ ਮਾਨਸਿਕਤਾ ਨੇ ਜਨਮ ਲਿਆ ਹੈ, ਉਹ ਕੇਵਲ ਉਹ ਪ੍ਰਭਾਵ ਨਹੀਂ ਹੈ ਕਿ ਗਲੇ ਦੇ ਵਿੱਚ ਰੱਸੀ ਪਾ ਕੇ ਆਤਮ ਹੱਤਿਆ ਕਰ ਲਈ ਜਾਵੇ, ਉਹ ਪ੍ਰਭਾਵ ਨਹੀਂ ਹੈ। ਉਹ ਪ੍ਰਭਾਵ ਨਹੀਂ ਹੈ ਜਿਹੜਾ ਅੱਜ ਸਾਡੀ ਜੁਝਾਰੂਆਂ ਦੀ ਕੌਮ 'ਚ ਪੈਦਾ ਹੋ ਗਿਆ ਕਿ ਫਸਲ ਬਰਬਾਦ ਹੋ ਗਈ, ਆਤਮ ਹੱਤਿਆ ਕਰ ਲਵੋ, ਨਰਮਾ ਖਰਾਬ ਹੋ ਗਿਆ, ਪੈਸਟੀਸਾਈਡ ਪੀ ਲਓ, ਅਸੀਂ ਕਲਾਸ ਦੇ ਵਿੱਚੋਂ ਫੇਲ ਹੋ ਗਏ ਤੇ ਆਪਣੇ ਆਪ ਨੂੰ ਗੋਲੀ ਮਾਰ ਲਓ, ਇਹ ਹੈ ਆਤਮ ਹੱਤਿਆ। ਪਰ ਜਿੱਥੇ ਜਾ ਕੇ ਧਨੂ ਆਪਣਾ ਆਪਾ ਕੁਰਬਾਨ ਕਰਦੀ ਹੈ, ਉਸ ਨੂੰ ਅਸੀਂ ਆਤਮ ਹੱਤਿਆ ਦੇ ਦਾਇਰੇ 'ਚ ਰੱਖ ਕੇ ਨਹੀਂ ਵੇਖਾਂਗੇ, ਨਾ ਹੀ ਉਸ ਨੂੰ ਆਤਮ ਹੱਤਿਆ ਦੇ ਦਾਇਰੇ 'ਚ ਰੱਖ ਕੇ ਵੇਖਿਆ ਜਾ ਸਕਦਾ। ਕਿਤੇ ਆਪਣੀ ਸੁਰਤ ਨੂੰ
ਮੁਲਤਾਨ ਦੇ ਕਿਲੇ ਵੱਲ ਲੈ ਕੇ ਜਾਓ। ਮੁਲਤਾਨ ਦੇ ਕਿਲੇ ਨੂੰ ਘੇਰੇ ਪਿਆ 3 ਮਹੀਨੇ ਹੋ ਗਏ ਨੇ। ਇਸ ਘਟਨਾ ਨੂੰ ਕਿਸੇ ਸਿੱਖ ਇਤਿਹਾਸਕਾਰ ਨੇ ਨਹੀਂ ਲਿਖਿਆ। ਇਸ ਘਟਨਾ ਨੂੰ ਲਿਖਿਆ ਹੈ ਜੰਗਨਾਮਾ ਮੁਲਤਾਨ ਦੇ ਵਿੱਚ ਸੈਯਦ ਅਹਿਮਦ ਜ਼ਿਲਾਨੀ ਨੇ। ਮੁਜ਼ੱਫਰ ਖਾਨ ਦਾ ਸੂਈਆ ਸੀ, ਸਿੱਖਾਂ ਦੇ ਭੇਸ ਦੇ ਵਿੱਚ ਘੁੰਮ ਰਿਹਾ ਹੈ। 3 ਮਹੀਨੇ ਘੇਰਾ ਪਿਆ ਰਿਹਾ। ਅਖੀਰ ਉਹ ਜਿਹੜਾ ਕਿਲਾ ਸੀ ਫਤਿਹ ਨਾ ਹੋ ਸਕਿਆ। ਮੁਜ਼ੱਫਰ ਖਾਨ ਨੇ ਬੜੀ ਮਜ਼ਬੂਤ ਘੇਰਾਬੰਦੀ ਕੀਤੀ ਹੈ ਔਰ ਕੌਮ ਦਾ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜ਼ਖਮੀ ਹੋ ਚੁੱਕਾ ਹੈ ਫਾਇਰ ਪੌਟ ਦੇ ਨਾਲ, ਅਗਨਹਾਂਡੀ ਦੇ ਨਾਲ। ਸਰਦਾਰ ਨਿਧਾਨ ਸਿੰਘ ਪੰਜ ਹੱਥਾ ਉੱਥੇ ਨੇ, ਨਿਹਾਲ ਸਿੰਘ ਅਟਾਰੀ ਵਾਲਾ ਉੱਥੇ ਨੇ, ਅਕਾਲੀ ਫੂਲਾ ਸਿੰਘ ਉੱਥੇ ਨੇ, ਸਰਦਾਰ ਅਜੈਬ ਸਿੰਘ ਉੱਥੇ ਨੇ, ਕਈ ਜਰਨੈਲ ਉੱਥੇ ਨੇ। ਕਿਲਾ ਫਤਿਹ ਨਹੀਂ ਹੋ ਰਿਹਾ। ਅਖੀਰ ਅਕਾਲੀ ਫੂਲਾ ਸਿੰਘ ਦੇ ਮੀਤ ਜਥੇਦਾਰ ਰਣਜੀਤ ਸਿੰਘ ਨੂੰ ਕਹਿੰਦੇ ਨੇ, ਰਣਜੀਤ ਸਿੰਘ ਇੱਥੇ ਤੋਪ ਕਿਹੜੀ ਵਰਤੀ ਜਾ ਰਹੀ ਹੈ? ਕਹਿੰਦਾ ਜੰਗੇ ਬਿਜਲੀ। ਤੇ ਕਹਿੰਦੇ ਸਾਡੀ ਤੋਪ ਕਿੱਥੇ ਹੈ? ਉਹੀ ਤੋਪ ਜਿਹੜੀ ਲਾਹੌਰ ਦੇ ਕਾਰੀਗਰ ਸ਼ਾਹ ਨਜ਼ੀਰ ਨੇ ਬਣਾਈ ਸੀ ਤੇ ਉਸ ਵੇਲੇ ਦੀ ਏਸ਼ੀਆ ਦੀ ਸਭ ਤੋਂ ਵੱਡੀ ਤੋਪ ਸੀ, ਜਿਸ ਦਾ ਨਾਮ ਪੀਕਰੇ ਅਜ਼ਦਹ ਆਤਿਸ਼ਬਾਰ ਸੀ। ਉਸ ਤੋਂ ਬਦਲ ਕੇ ਅਬਦਾਲੀ ਨੇ ਉਸ ਦਾ ਨਾਮ ਜ਼ਮਜ਼ਮਾ ਰੱਖਿਆ ਸੀ ਤੇ ਜਿਹੜੀ ਭੰਗੀ ਮਿਸਲ ਦੇ ਸਰਦਾਰਾਂ ਨੇ ਖੋਹੀ ਸੀ, ਜਿਹੜੀ ਅੱਜ ਲਾਹੌਰ ਦੇ ਕਿਲੇ ਦੇ ਅੱਗੇ ਪਈ ਹੈ ਤੇ ਭੰਗੀਆਂ ਵਾਲੀ ਤੋਪ ਕਖਾਉਂਦੀ ਹੈ। ਉਸ ਵੇਲੇ ਦੀ ਸਭ ਤੋਂ ਵੱਡੀ ਤੋਪ ਉਹ ਕਿੱਥੇ ਹੈ? ਉਹ ਤੁਹਾਡੀ ਮਿਸਲ ਦੇ ਵਿੱਚ ਹੈ। ਉਸ ਨੂੰ ਲਿਆ ਕੇ ਲਿਜਾਇਆ ਜਾਵੇ। ਉਸ ਤੋਪ ਨੂੰ ਕਿਲੇ ਦੇ ਸਾਹਮਣੇ ਲਿਆ ਦਿੱਤਾ ਗਿਆ। ਹੁਣ ਜਿਹੜਾ ਆਤਿਸ਼ਬਾਰ ਸਿੱਖ ਹੈ, ਜਿਹੜਾ ਤੋਪਚੀ ਹੈ, ਉਹ ਕਿਲੇ ਦੀ ਸ਼ਿਸ਼ਤ ਲੈਂਦਾ ਹੈ ਤੇ ਸਾਰਾ ਵੇਖਣ ਤੋਂ ਬਾਅਦ ਉਹ ਕਹਿੰਦਾ ਹੈ ਕਿ ਇੱਕੋ ਹੀ ਨਿਸ਼ਾਨੇ ਦੇ ਉੱਪਰ ਸ਼ਿਸ਼ਤ ਲੈ ਕੇ ਜੇਕਰ ਪਈ ਤੋਂ ਲੈ ਕੇ 25 ਗੋਲੇ ਦਾਗੇ ਜਾਣ ਤੇ ਕੰਧ ਦੇ ਵਿੱਚ ਪਾੜ ਪਾਇਆ ਜਾ ਸਕਦਾ ਹੈ। ਫੈਸਲਾ ਹੋ ਗਿਆ। ਹੁਣ ਸੈਯਦ ਅਹਿਮਦ ਜ਼ਿਲਾਨੀ ਲਿਖਦਾ ਹੈ, ਕਹਿੰਦਾ ਪਹਿਲਾ ਗੋਲਾ ਚੱਲਿਆ, ਕਹਿੰਦਾ ਉਸ ਗੋਲੇ ਦੇ ਨਾਲ ਜ਼ਮੀਨ ਕੰਬ ਗਈ। ਉਸ ਕਿਲੇ ਦੀ ਫਸੀਲ ਦੇ ਉੱਪਰ ਦਾਗ ਪਿਆ, ਇੰਨੀ ਮਜ਼ਬੂਤ ਫਸੀਲ। ਦੂਸਰਾ ਗੋਲਾ ਚੱਲਿਆ, ਤੀਸਰਾ ਗੋਲਾ ਚੱਲਿਆ। 3 ਗੋਲਿਆਂ ਤੋਂ ਬਾਅਦ ਗੋਲੇ ਚੱਲਣ ਦੀ ਆਵਾਜ਼ ਆਉਣੀ ਬੰਦ ਹੋਈ। ਕਹਿੰਦਾ ਮੈਂ ਵੇਖਿਆ ਸਿੱਖਾਂ ਦੇ ਵਿੱਚ ਭੱਜ ਦੌੜ ਮਚ ਗਈ ਹੈ, ਤੋਪ ਚੱਲਣੀ ਬੰਦ ਹੋ ਗਈ ਹੈ। ਮੈਂ ਇੱਕ ਸਿੱਖ ਨੂੰ ਪੁੱਛਿਆ ਕੀ ਗੱਲ, ਤੁਹਾਡੀ ਤੋਪ ਬੰਦ ਹੋ ਗਈ ਹੈ, ਤੋਪ ਕਿਉਂ ਨਹੀਂ ਚੱਲ ਰਹੀ? ਉਸਨੇ ਕਿਹਾ ਮੈਨੂੰ ਸਿੱਖ ਸਮਝਦੇ ਹੋਏ, ਕਿਉਂਕਿ ਕਹਿੰਦਾ ਮੈਂ ਸਿੱਖਾਂ ਦੇ ਭੇਸ ਵਿੱਚ ਸੀ। ਕਹਿੰਦਾ ਉਹ ਸਿੱਖਾਂ ਕੀ ਦਸੀਏ, ਜਿਸ ਤੋਪ ਦੇ ਉੱਪਰ ਬੜੀ ਆਸ ਸੀ ਨਾ, ਉਹਦਾ ਇੱਕ ਪਹੀਆ ਟੁੱਟ ਗਿਆ, ਅਨਬੈਲੈਂਸਡ ਹੋ ਕੇ ਜ਼ਮੀਨ ਤੇ ਡਿੱਗ ਪਈ ਹੈ। ਉੱਪਰੋਂ ਮੁਜ਼ੱਫਰ ਖਾਨ ਦੀਆਂ ਤੋਪਾਂ ਸਾਡੇ ਤੇ ਅੱਗ ਵਰਾ ਰਹੀਆਂ ਨੇ। ਅਗਨ ਪੌਟ ਜਿਹੜੇ ਫਾਇਰ ਪੌਟ ਨੇ, ਅਗਨ ਹਾਂਡੀਆਂ, ਉਹ ਸਾਡੇ ਤੇ ਸੁੱਟੇ ਜਾ ਰਹੇ ਨੇ। ਨਾ ਤਾਂ ਮੁਰੰਮਤ ਦਾ ਵਕਤ ਹੈ ਤੇ ਜੇ ਮੁਰੰਮਤ ਨਹੀਂ ਹੁੰਦੀ ਤੇ ਸਾਡੀ ਜਿਹੜੀ ਜਿੱਤ ਹੈ ਉਹ ਹਾਰ 'ਚ ਤਬਦੀਲ ਹੋ ਜਾਵੇਗੀ। ਤੇ ਕਹਿੰਦਾ ਸਾਡਾ ਆਤਿਸ਼ਬਾਰ, ਸਾਡਾ ਤੋਪਚੀ ਸਿੱਖ ਕਹਿ ਰਿਹਾ ਹੈ ਕਿ ਜੇਕਰ ਉਸ ਤੋਪ ਦੇ ਪਹੀਏ ਦੀ ਜਗ੍ਹਾ ਇੱਕ ਸਿੱਖ ਆਪਣਾ ਮੋਢਾ ਦੇਵੇ ਤੇ ਮੈਂ ਇੱਕ ਗੋਲਾ ਚਲਾ ਦਿੰਦਾ, ਪਰ ਉਹਦੇ ਨਾਲ ਹੀ 1.25 ਮਣ ਬਰੂਦ, 20 ਕਿਲੋ ਬਰੂਦ ਦਾ ਗੋਲਾ ਜਦੋਂ ਚੱਲੇਗਾ। ਆ ਜਦੋਂ ਰਾਈਫਲ ਚੱਲਦੀ ਹੈ ਤੇ ਗ੍ਰਾਮਾਂ 'ਚ ਬਰੂਦ ਹੁੰਦਾ ਹੈ, ਉਹਦਾ ਵੀ ਝਟਕਾ ਮਨੁੱਖ ਨੂੰ ਲੱਗਦਾ ਹੈ, ਪਰ 20 ਕਿਲੋ ਬਰੂਦ ਦਾ ਝਟਕਾ, ਕਹਿੰਦਾ ਜਦੋਂ ਉਹਦਾ ਬੈਕ ਪ੍ਰੈਸ਼ਰ ਪਵੇਗਾ ਤੇ ਜਿਹੜਾ ਸਿੱਖ ਮੋਢਾ ਦੇਵੇਗਾ ਨਾ, ਉਹਦੀਆਂ ਹੱਡੀਆਂ ਵੀ ਰੂਹ ਵਾਂਗ ਤੁੰਬਾ ਹੋ ਕੇ ਉੱਡ ਜਾਣਗੀਆਂ। ਕਹਿੰਦਾ ਮੈਂ ਖੁਸ਼ ਹੋ ਗਿਆ ਕਿ ਸ਼ਾਇਦ ਸ਼ਹਾਦਤ ਦੀਆਂ, ਬਹਾਦਰੀ ਦੀਆਂ, ਦ੍ਰਿੜਤਾ ਦੀਆਂ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ। ਹੁਣ ਸਿੱਖਾਂ 'ਚ ਭੱਜ ਦੌੜ ਇਸ ਕਰਕੇ ਮੱਚੀ ਹੋਣੀ ਹੈ ਕਿ ਆਤਿਸ਼ਬਾਰ ਸਿੱਖ ਕਹਿ ਰਿਹਾ ਹੈ ਮੋਢਾ ਦਿੱਤਾ ਜਾਵੇ ਤੇ ਇਹ ਮੋਢਾ ਦੇਣ ਤੋਂ ਭੱਜ ਰਹੇ ਹੋਣੇ ਆ। ਕਹਿੰਦਾ ਮੈਂ ਹੌਲੀ ਹੌਲੀ ਤੋਪ ਦੇ ਕੋਲ ਗਿਆ ਜਿੱਥੇ ਸਿੱਖ ਇਕੱਠੇ ਹੋਏ ਸੀ, ਪਰ ਕਹਿੰਦਾ ਜਦੋਂ ਕੋਲ ਜਾ ਕੇ ਵੇਖਿਆ ਨਜ਼ਾਰਾ ਹੀ ਹੋਰ ਸੀ। ਕਹਿੰਦਾ ਨਜ਼ਾਰਾ ਹੀ ਹੋਰ ਸੀ। ਕਹਿੰਦਾ ਲੜਾਈ ਇਸ ਗੱਲ ਤੋਂ ਹੋ ਰਹੀ ਹੈ ਕਿ ਸਿੱਖ ਇੱਕ ਦੂਜੇ ਨੂੰ ਧੱਕਾ ਮੁੱਕੀ ਕਰ ਰਹੇ ਨੇ, ਪਹਿਲਾ ਮੋਢਾ ਮੈਂ ਦੇਣਾ, ਦੂਜਾ ਕਹਿ ਰਿਹਾ ਪਹਿਲਾ ਮੋਢਾ ਮੈਂ ਦੇਣਾ। ਕਹਿੰਦਾ ਇਸ ਰੌਲੇ ਦੇ ਵਿੱਚ ਇੱਕ ਆਵਾਜ਼ ਗੂੰਜੀ, ਲੀਡਰਸ਼ਿਪ ਨੂੰ ਸਮਝੀਏ। ਇਸ ਰੌਲੇ ਦੇ ਵਿੱਚ ਆਵਾਜ਼ ਗੂੰਜਦੀ ਹੈ, ਕਹਿੰਦਾ ਉਹ ਸਿੱਖੋ ਰੁਕ ਜਾਓ। ਸਾਰੇ ਰੁਕ ਗਏ। ਆਤਿਸ਼ਬਾਰ ਸਿੱਖ ਕਹਿੰਦਾ ਤੁਹਾਡਾ ਜਥੇਦਾਰ ਕੌਣ ਹੈ? ਕਹਿੰਦੇ ਖਾਲਸਾ ਜੀ ਤੁਸੀਂ। ਫਿਰ ਕਹਿੰਦਾ ਮੇਰੀ ਲਾਈਨ ਦੇ ਵਿੱਚ ਪਿੱਛੇ ਆ ਜਾਓ, ਪਹਿਲਾ ਮੋਢਾ ਮੈਂ ਦੇਣਾ। ਇਹ ਸਿੱਖਾਂ ਦੀ ਲੀਡਰਸ਼ਿਪ ਹੈ, ਇਹ ਸਾਡੀ ਪੰਥਕ ਲੀਡਰਸ਼ਿਪ ਹੈ। ਕਹਿੰਦਾ ਮੈਂ ਵੇਖਿਆ ਉਹਨੇ ਮੋਢਾ ਦਿੱਤਾ, ਤੋਪ ਚੱਲੀ, ਜਿਸਮ ਤੁੰਬਾ ਹੋ ਕੇ ਉੱਡ ਗਿਆ। ਚੁੱਪਚਾਪ ਦੂਸਰਾ ਸਿੰਘ ਆਇਆ, ਕਹਿੰਦਾ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ 17 ਸਿੱਖ ਆਏ,
17 ਜਿਸਮ ਤੁੰਬਾ ਤੁੰਬਾ ਹੋ ਕੇ ਉੱਡ ਗਏ। ਤੇ ਸੱਚ ਜਾਣਿਓ, ਕਿਲੇ ਦੀ ਫਸੀਲ 'ਚ ਪਾੜ ਪੈ ਗਿਆ, ਕਿਲਾ ਫਤਿਹ ਹੋ ਗਿਆ। ਅਖੀਰ ਤੇ ਜਾ ਕੇ ਇੱਕ ਲਾਈਨ ਲਿਖਦਾ ਹੈ, ਕਹਿੰਦਾ ਮੇਰਾ ਦਿਲ ਕੀਤਾ ਮੈਂ ਵੀ ਉਸ ਕਤਾਰ 'ਚ ਖੜਾ ਹੋ ਕੇ ਤੋਪ ਦੇ ਥੱਲੇ ਆਪਣਾ ਮੋਢਾ ਦੇ ਦੇਵਾਂ, ਪਰ ਕਹਿੰਦਾ ਮੇਰੀ ਮਾਨਸਿਕਤਾ ਨੇ ਕਿਹਾ, ਉਹ ਜਿਲਾਨੀ ਜੇਕਰ ਤੂੰ ਵੀ ਉੱਡ ਗਿਆ ਤੇ ਸਿੱਖਾਂ ਦੀ ਇਸ ਬਹਾਦਰੀ ਦੀ ਗਾਥਾ ਨੂੰ ਦੁਨੀਆ ਦੇ ਸਾਹਮਣੇ ਕੌਣ ਦੱਸੇਗਾ, ਜੇ ਤੂੰ ਵੀ ਉੱਡ ਗਿਆ। ਤੇ ਹੁਣ ਇੱਥੇ ਵੇਖੀਏ, ਇੱਥੇ ਕੀ ਤੋਪ ਦੇ ਥੱਲੇ ਮੋਢਾ ਦੇਣ ਨੂੰ ਅਸੀਂ ਆਤਮਘਾਤ ਕਵਾਂਗੇ? ਨਹੀਂ, ਉਹ ਆਤਮਘਾਤ ਨਹੀਂ ਹੈ, ਕਿਉਂਕਿ ਉਹਦੇ ਸਾਹਮਣੇ ਇੱਕ ਮਕਸਦ ਹੈ, ਇੱਕ ਪਵਿੱਤਰ ਮਕਸਦ ਹੈ ਕਿ ਆਪਣੇ ਉਸ ਮਕਸਦ ਨੂੰ ਤੈਅ ਕਰਨ ਦੇ ਵਾਸਤੇ ਆਪਣਾ ਆਪਾ ਕੁਰਬਾਨ ਕਰ ਦੇਣਾ। ਤੇ ਇਹ ਸ਼ਹਾਦਤ ਦੇ ਫਲਸਫੇ ਦਾ ਸਿਖਰ ਹੈ। ਵੈਸੇ ਜਦੋਂ ਅਸੀਂ ਤਰਕਵਾਦੀ ਫਲਸਫੇ ਦੀ ਗੱਲ ਕਰਦੇ ਹਾਂ ਤਾਂ ਕਿਹਾ ਜਾਂਦਾ ਹੈ ਕਿ ਦੁਨੀਆ ਦਾ ਕੋਈ ਵੀ ਮਕਸਦ ਜਾਂ ਕੋਈ ਵੀ ਪ੍ਰਕਰਨ ਇਸ ਜਲਾਲ ਦਾ ਜਾਂ ਇਸ ਮਰਕਜ਼ ਦਾ ਨਹੀਂ ਹੁੰਦਾ ਕਿ ਮਨੁੱਖ ਆਪਣੀ ਜਾਨ ਹੀ ਕੁਰਬਾਨ ਕਰ ਦੇਵੇ। ਪਰ ਜਦੋਂ ਅਸੀਂ ਧਾਰਮਿਕ ਫਲਸਫੇ 'ਚ ਵੇਖਦੇ ਹਾਂ ਤੇ ਸੱਚ ਜਾਣਿਓ, ਫਿਰ ਉਦੋਂ ਜਿਹੜਾ ਮਨੁੱਖ ਦੀ ਮਾਨਸਿਕਤਾ ਦਾ ਉੱਚ ਮਿਆਰੀ ਸਿਖਰ ਸਾਡੇ ਸਾਹਮਣੇ ਆਉਂਦਾ ਹੈ। ਸਾਨੂੰ ਗੁਰਬਾਣੀ ਮਾਰਗਦਰਸ਼ਨ ਕਰਦੀ ਹੈ। ਭਾਈ ਸਾਹਿਬ ਨੇ ਉਹਨਾਂ ਨੇ ਇੱਕ ਆਰੰਭ ਦੇ ਵਿੱਚ ਸ਼ਬਦ ਦੀ ਵਿਆਖਿਆ ਕੀਤੀ ਸੀ, ਡਗਮਗ ਛਾੜ ਰੇ ਮਨ ਬੌਰਾ, ਅਬ ਤੋਂ ਜਰੈ ਮਰੇ ਸਿੱਧ ਪਾਈਏ ਲੀਨੋ ਹਾਥ ਸਦੌਰਾ। ਸਦੌਰਾ ਸ਼ਬਦ 2 ਵਾਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਆਇਆ। ਇੱਕ ਹੈਗਾ ਮਰਨੇ ਤੇ ਕਿਆ ਡਰਪਨਾ ਜਬ ਹਾਥ ਸਦੌਰਾ ਲੀਨ। ਤੇ ਦਿਲਾਵਰ ਸਿੰਘ ਦੇ ਲੱਕ ਨੂੰ ਵੱਜੀ ਉਹ ਬਰੂਦ ਦੀ ਬੈਲਟ ਮੈਨੂੰ ਬਿਲਕੁਲ ਇੰਜ ਹੀ ਲੱਗਦੀ ਹੈ ਕਿ ਮਰਨੇ ਤੇ ਕਿਆ ਡਰਪਨਾ ਜਬ ਹਾਥ ਸਦੌਰਾ ਲੀਨ। ਰਾਜਪੂਤਾਨੇ ਦੇ ਵਿੱਚ ਜਦੋਂ ਜਵਾਨ ਅਵਸਥਾ ਦੇ ਵਿੱਚ ਪਤੀ ਦੀ ਮੌਤ ਹੋ ਜਾਂਦੀ ਸੀ ਤੇ ਪਤਨੀ ਨੂੰ ਕਿਹਾ ਜਾਂਦਾ ਸੀ ਤੂੰ ਸਤੀ ਹੋ। ਜ਼ਰੂਰੀ ਨਹੀਂ ਸੀ ਹਰ ਇੱਕ ਔਰਤ ਜਿਹੜੀ ਮਰਨ ਨੂੰ ਤਿਆਰ ਹੋਵੇ। ਬੜਾ ਔਖਾ ਹੈ, ਜਿਉਂਦੇ ਜੀ ਚਿਖਾ ਦੇ ਵਿੱਚ ਸੜਨਾ ਬਹੁਤ ਔਖਾ ਹੈ। ਪਰ ਫਿਰ ਵੀ ਜਿਹੜੇ ਧਾਰਮਿਕ ਪੁਜਾਰੀ ਸੀ ਉਸ ਨੂੰ ਤਿਆਰ ਕਰਦੇ ਸੀ, ਉਸ ਨੂੰ ਮੈਸਮਰਾਈਜ਼ ਕੀਤਾ ਜਾਂਦਾ ਸੀ, ਉਸ ਨੂੰ ਤਿਆਰ ਕੀਤਾ ਜਾਂਦਾ ਸੀ ਤੇ ਉਹਦੇ ਹੱਥ ਦੇ ਵਿੱਚ ਇੱਕ ਥਾਲੀ ਦਿੱਤੀ ਜਾਂਦੀ ਸੀ। ਉਸ ਥਾਲੀ ਦੇ ਵਿੱਚ ਸੁਹਾਗ ਦੀਆਂ ਚੂੜੀਆਂ, ਇੱਕ ਨਾਰੀਅਲ, ਲਾਲ ਕੱਪੜਾ, ਸੰਧੂਰ ਤੇ ਕੁਛ ਰੁਪਈਏ, 1.25 ਰੁਪਈਆ ਰੱਖਿਆ ਜਾਂਦਾ ਸੀ। ਉਸ ਨੂੰ ਸੰਧੌਰਾ ਕਿਹਾ ਜਾਂਦਾ ਸੀ। ਤੇ ਜੇ ਉਹ ਪ੍ਰਵਾਨ ਕਰ ਲਵੇ, ਇਹਦਾ ਮਤਲਬ ਉਹਨੇ ਹੁਣ ਪ੍ਰਵਾਨਗੀ ਦੇ ਦਿੱਤੀ ਹੈ ਕਿ ਮੈਂ ਮਰਨ ਦੇ ਵਾਸਤੇ ਤਿਆਰ ਹਾਂ। ਤੇ ਹੁਣ ਕਬੀਰ ਸਾਹਿਬ ਕਹਿੰਦੇ ਨੇ ਇਸ ਰਾਹ ਤੇ ਚੱਲਦਿਆਂ ਜੇ ਸੰਧੌਰਾ ਫਾੜ ਹੀ ਲਿਆ ਤੇ ਫਿਰ ਕਦਮ ਡਗਮਗਾਉਣ ਕਿਉਂ? ਫਿਰ ਤੁਰ ਪੈਣਾ ਚਾਹੀਦਾ। ਡਗਮਗ ਛਾੜ ਰੇ ਮਨ ਬੌਰਾ, ਅਬ ਤੋਂ ਜਰੈ ਮਰੇ ਸਿੱਧ ਪਾਈਐ ਲੀਨੋ ਹਾਥ ਸਦੌਰਾ। ਜਦੋਂ ਅਸੀਂ ਸੈਕੰਡ ਵਰਲਡ ਵਾਰ ਦੀ ਗੱਲ ਕਰਦੇ ਹਾਂ ਤਾਂ ਜਾਪਾਨ ਦੇ ਕੈਮੀਕੈਜ਼ੀ ਪਾਇਲਟ, ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਜਾਪਾਨੀਆਂ ਨੂੰ ਕਿ ਸਮੁੰਦਰੀ ਬੇੜਿਆਂ ਨੇ ਸਾਨੂੰ ਘੇਰ ਲਿਆ, ਤਾਂ ਉਦੋਂ ਦੇ 에ਅਰ ਫੋਰਸ ਦੇ ਬੜੇ ਨੌਜਵਾਨ ਉਮਰ ਦੇ ਪਾਇਲਟ ਤਿਆਰ ਕੀਤੇ ਗਏ, ਜਿਨ੍ਹਾਂ ਪਾਇਲਟਾਂ ਦਾ ਕੰਮ ਕੇਵਲ ਤੇ ਕੇਵਲ ਉਡਾਨ ਭਰਨਾ ਨਹੀਂ ਸੀ, ਜਿਨ੍ਹਾਂ ਦਾ ਕੰਮ ਸੀ ਕਿ ਆਪਣੇ ਬਰੂਦ ਦੇ ਨਾਲ ਭਰੇ ਜਹਾਜ਼ ਨੂੰ ਸਮੇਤ ਆਪਣੇ ਦੁਸ਼ਮਣ ਦੇ ਸ਼ਿਪ ਦੇ ਵਿੱਚ ਜਾ ਕੇ ਮਾਰਨਾ, ਆਪਣਾ ਆਪਾ ਕੁਰਬਾਨ ਕਰ ਦੇਣਾ। ਇਹ ਆਤਮ ਹੱਤਿਆ ਨਹੀਂ ਹੈ। ਜਦੋਂ ਅਸੀਂ ਕੇਵਲ ਤੇ ਕੇਵਲ ਮਨੁੱਖਤਾ ਦੀਆਂ ਸਮੱਸਿਆਵਾਂ ਤੋਂ ਘਬਰਾ ਕੇ ਆਪਣਾ ਆਪਾ ਕੁਰਬਾਨ ਦੀ ਗੱਲ ਕਰਾਂਗੇ ਤੇ ਉਹ ਆਤਮਘਾਤ ਆਵੇਗਾ। ਪਰ ਜਦੋਂ ਮਨੁੱਖਤਾ ਦੀਆਂ ਉੱਚ ਮਿਆਰੀ ਨੈਤਿਕ ਕਦਰਾਂ ਕੀਮਤਾਂ ਜਾਂ ਉਸ ਖਾਲਕ ਦੀ ਬਣਾਈ ਖਲਕਤ ਨੂੰ ਬਚਾਉਣ ਦੇ ਵਾਸਤੇ ਆਪਣਾ ਆਪਾ ਕੁਰਬਾਨ ਕਰਨ ਦੀ ਗੱਲ ਆਵੇਗੀ ਤਾਂ ਇਸ ਨੂੰ ਸ਼ਹਾਦਤ ਦੇ ਦਾਇਰੇ 'ਚ ਰੱਖ ਕੇ ਵੇਖਿਆ ਜਾਵੇਗਾ। ਤੇ ਜਦੋਂ ਅਸੀਂ ਮਨੁੱਖੀ ਮਨੋਵਿਗਿਆਨ ਦੀ ਗੱਲ ਕਰਦੇ ਹਾਂ ਤੇ ਜਦੋਂ ਸੁਸਾਈਡ ਬੰਬਰ ਦੇ ਬਾਰੇ ਮਨੁੱਖੀ ਮਨੋਵਿਗਿਆਨ ਜਿਹੜੀ ਹਿਊਮਨ ਸਾਈਕੋਲੋਜੀ ਹੈ, ਜਿਹੜੇ ਸਾਈਕੋਲੋਜਿਸਟ ਨੇ ਖਾਸ ਕਰਕੇ ਡਾਕਟਰ ਨੇਮ ਇੱਕ ਬੜੀ ਵਧੀਆ ਗੱਲ ਕਰਦੇ ਨੇ, ਕਹਿੰਦੇ ਨੇ ਕਿ ਅਕਸਰ ਕਿਹਾ ਜਾਂਦਾ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਆਪਣਾ ਆਪਾ ਕੁਰਬਾਨ ਕਰਨ ਵਾਲੇ ਲੋਕ ਹੁੰਦੇ ਨੇ ਉਹ ਕ੍ਰੇਜ਼ੀ ਹੁੰਦੇ ਨੇ। ਪਰ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਮੈਂ ਇਸ ਸਵਾਲ ਦਾ ਜਵਾਬ ਕੀ ਦੇਵਾਂ ਕਿ ਉਸਨੇ ਆਪਣੇ ਆਪ ਨੂੰ ਕਿਉਂ ਉਡਾ ਲਿਆ। ਵਾਈ ਹੀ ਬਲੋ ਅਪ ਹਿਮਸੈਲਫ, ਕਿਉਂ ਉਡਾ ਲਿਆ? ਬਿਕੋਜ਼ ਕਹਿੰਦਾ ਜਵਾਬ ਮਿਲੇਗਾ ਬਿਕੋਜ਼ ਹੀ ਵਾਸ ਕ੍ਰੇਜ਼ੀ। ਤੇ ਕਹਿੰਦਾ ਫਿਰ ਸਵਾਲ ਕੀਤਾ ਜਾਵੇ ਵੀ ਕ੍ਰੇਜ਼ੀ ਕਿਉਂ ਸੀ? ਕਿਉਂਕਿ ਉਹਨੇ ਆਪਣੇ ਆਪ ਨੂੰ ਉਡਾ ਲਿਆ। ਕਹਿੰਦਾ ਇਸ ਸਵਾਲ ਦਾ ਜਵਾਬ ਹੀ ਕਿਤੇ ਨਹੀਂ। ਸੋ ਕੇਵਲ ਤੇ ਕੇਵਲ ਇਵੇਂ ਦੇ ਉਤਸ਼ਾਹ ਦੇ ਰੂਪ ਦੇ ਵਿੱਚ ਇਸ ਪ੍ਰਕਰਨ ਨੂੰ ਨਹੀਂ ਵਾਚਿਆ ਜਾ ਸਕਦਾ। ਅਗਲੀ ਗੱਲ ਕਰਦਾ ਹੈ ਕਹਿੰਦਾ ਕਿ ਐਕਟਰ ਆਫ ਆਬਜ਼ਰਵੇਸ਼ਨ। ਕਹਿੰਦਾ ਕਈ ਵਾਰੀ ਕੁਝ ਲੋਕ ਇਸ ਕਰਕੇ ਆਪਣਾ ਕੁਰਬਾਨ ਕਰਨ ਵਾਸਤੇ ਕਿਹਾ ਜਾਂਦਾ ਤਿਆਰ ਹੋ ਜਾਂਦੇ ਨੇ ਕਿ ਉਹਦੇ ਆਲੇ ਦੁਆਲੇ ਪਰਿਸਥਿਤੀਆਂ ਦੇ ਵਿੱਚ ਨਕਾਰਾਤਮਕ ਰੁਚੀਆਂ ਜਿਹੜੀਆਂ ਉਹ ਵੱਧ ਰਹੀਆਂ ਹੁੰਦੀਆਂ ਨੇ ਤੇ ਮਨੁੱਖ ਸੋਚਦਾ ਹੈ ਕਿ ਇਹਨਾਂ ਨਕਾਰਾਤਮਕ ਰੁਚੀਆਂ ਦੇ ਸਾਹਮਣੇ ਉਹ ਆਪਣਾ ਇੱਕ ਸਾਰਥਕ ਕੁਰਬਾਨੀ ਦਾ ਕਦਮ ਪੁੱਟ ਕੇ ਲੋਕਾਂ ਦੇ ਸਾਹਮਣੇ ਇੱਕ ਮਿਸਾਲ ਪੈਦਾ ਕਰੇ, ਜਿਸ ਤਰ੍ਹਾਂ ਸਰਦਾਰ ਦਰਸ਼ਨ ਸਿੰਘ ਫੇਰੂਮਲ। ਪਰ ਉਹਦੇ ਵਿੱਚ ਵੀ ਸ਼ਹਾਦਤ ਦਾ ਇਹ ਮੁਕਾਮ ਨਹੀਂ ਹੈ ਜੋ ਸਰਦਾਰ ਦਿਲਾਵਰ ਸਿੰਘ ਦਾ ਹੈ। ਤੀਸਰੀ ਗੱਲ ਉਹ ਜਿਹੜੀ ਗੱਲ ਕਰਦਾ ਕਹਿੰਦਾ ਉਹ ਹੈ ਟਰੂ
ਬਲੀਵਰਿਜ਼ਮ, ਸੱਚਾ ਵਿਸ਼ਵਾਸ। ਪਰ ਜਿਹੜਾ ਸੱਚਾ ਵਿਸ਼ਵਾਸ ਹੈ ਉਸ ਨੂੰ ਇਸਲਾਮ ਦੇ ਨਾਲ ਜੋੜ ਕੇ ਤੇ ਵੇਖਿਆ ਜਾਂਦਾ, ਜਿੱਥੇ ਕਿਹਾ ਜਾਂਦਾ ਹੈ ਕਿ ਮੌਤ ਤੋਂ ਬਾਅਦ ਤੁਹਾਨੂੰ ਜੰਨਤ ਦੇ ਵਿੱਚ ਹੂਰਾਂ ਮਿਲਣਗੀਆਂ, ਤੁਹਾਨੂੰ ਸ਼ਰਾਬ ਮਿਲਣਗੀ, ਤੁਹਾਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ। ਪਰ ਜਦੋਂ ਗੁਰਮਤ ਗਾਡੀ ਰਾਹ ਦੀ ਗੱਲ ਆਉਂਦੀ ਹੈ ਤੇ ਫਿਰ ਜਿਹੜਾ ਸਿੱਖੀ ਦਾ ਇਹ ਜਲਾਲ ਪੈਦਾ ਹੁੰਦਾ, ਉਹਦੇ ਵਿੱਚ ਹੈ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਪਰ ਜਦੋਂ ਅਸੀਂ ਮਨੁੱਖਤਾ ਦੇ ਵਾਸਤੇ ਆਪਾ ਕੁਰਬਾਨ ਕਰਨ ਵਾਲੇ ਅਜੋਕੇ ਕੁਝ ਸਦੀਆਂ ਦੀ ਵਾਰਤਾਲਾਪ ਵੇਖਦੇ ਹਾਂ ਤੇ ਸਭ ਤੋਂ ਨਵੀਨਤਮ ਰੂਪ ਦੇ ਵਿੱਚ ਜੇ 18ਵੀਂ ਸਦੀ ਨੂੰ ਛੱਡ ਲਿਆ ਜਾਵੇ ਤੇ ਪਹਿਲੀ ਕੁਰਬਾਨੀ ਮਨੁੱਖਤਾ ਦੇ ਵਾਸਤੇ ਜਿਹੜੀ ਇਸ ਪ੍ਰਕਰਣ ਦਾ ਰੂਪ ਬਣਦੀ ਹੈ ਉਹ ਵੀ ਸਿੱਖਾਂ ਦੇ ਵੱਲੋਂ ਹੈ ਸਰਦਾਰ ਧੰਨਾ ਸਿੰਘ ਬੱਬਰ। ਸਰਦਾਰ ਧੰਨਾ ਸਿੰਘ ਬੱਬਰ 1923 ਦਾ ਸਮਾਂ, ਸਰਦਾਰ ਕਰਮ ਸਿੰਘ ਦੌਲਤਪੁਰ ਤੇ ਹੋਰ ਸਿੱਖਾਂ ਤੋਂ ਪ੍ਰਭਾਵਿਤ ਹੋ ਕੇ ਇਸ ਲਹਿਰ ਦੇ ਵਿੱਚ ਆਏ। ਉਸ ਸਮੇਂ ਇਸ ਲਹਿਰ ਨੇ ਕਈ ਮੁਖਬਰਾਂ ਨੂੰ ਸੋਧਿਆ, ਭਾਵੇਂ ਕਿ ਜੇਕਰ ਉਸ ਸਮੇਂ ਦੀ ਤਵਾਰੀਖ ਦਾ ਅਧਿਐਨ ਕਰੀਏ ਤਾਂ ਉਸ ਵੇਲੇ ਦੀ ਰਵਾਇਤੀ ਅਕਾਲੀ ਲੀਡਰਸ਼ਿਪ ਨੇ ਵੀ ਕਹਿ ਦਿੱਤਾ ਸੀ ਕਿ ਇਸ ਗਰਮਦਲੀ ਲਹਿਰ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ। ਅਖਬਾਰਾਂ ਦੇ ਵਿੱਚ ਬਿਆਨ ਛਪੇ ਸੀ ਔਰ ਇਹ ਵੀ ਬਿਲਕੁਲ ਇੱਕ ਜਗ ਜ਼ਾਹਰ ਗੱਲ ਹੈ ਕਿ ਜਿੰਨੇ ਵੀ ਗੁਰਦੁਆਰੇ ਪਹਿਲਾਂ ਆਜ਼ਾਦ ਕਰਾਏ ਗਏ ਇਸ ਜਥੇਬੰਦੀ ਦੇ ਹੋਂਦ 'ਚ ਆਉਣ ਤੋਂ ਪਹਿਲਾਂ ਉਹਨਾਂ 'ਚ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ, ਪਰ ਜਦੋਂ ਤੋਂ ਇਹ ਬੱਬਰ ਅਕਾਲੀ ਜਥੇਬੰਦੀ ਹੋਂਦ 'ਚ ਆ ਗਈ ਸੀ ਉਹਦੇ ਤੋਂ ਬਾਅਦ ਮਹੰਤਾਂ ਨੇ ਸਿੱਖਾਂ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਹਥਿਆਰਬੰਦ ਸੰਘਰਸ਼ ਦੇ ਵਾਰਸ ਮੁਖਬਰਾਂ ਨੂੰ ਸੋਧਦੇ ਨੇ। ਸੋ ਸਰਦਾਰ ਧੰਨਾ ਸਿੰਘ ਬੱਬਰ ਇਸ ਲਹਿਰ ਦੇ ਵਿੱਚ ਹੈ, ਇਸ ਮੂਵਮੈਂਟ ਦੇ ਵਿੱਚ ਹੈ। ਅਨੇਕਾਂ ਮੁਖਬਰਾਂ ਨੂੰ ਸੋਧਿਆ। ਸਰਦਾਰ ਜਵਾਲਾ ਸਿੰਘ ਤੇ ਬੇਲਾ ਸਿੰਘ ਦੀ ਗਦਾਰੀ ਦੇ ਸਦਕਾ ਇੱਕ ਘਰ ਦੇ ਵਿੱਚ ਸੁੱਤੇ ਪਏ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਇਕੱਲੇ ਉਸ ਸਿੱਖ ਨੂੰ 30 ਸਿਪਾਹੀਆਂ ਦਾ ਘੇਰਾ ਪਾਇਆ ਜਾਂਦਾ ਹੈ, ਜਿਸ ਦਾ ਮੋਢੀ ਹੈ ਇੰਸਪੈਕਟਰ ਹਾਰਟਨ, ਉਹਦੇ ਨਾਲ ਉਸ ਦਾ ਇੱਕ ਸਹਾਇਕ ਹੈ ਜੈਂਟਿਨ ਤੇ ਉਹਦੇ ਨਾਲ ਹੈ ਹਵਾਲਦਾਰ ਗੁਲਜ਼ਾਰਾ ਸਿੰਘ, ਨਾਲ 30 ਸਿਪਾਹੀ ਨੇ। ਸੁੱਤੇ ਪਏ ਸਰਦਾਰ ਧੰਨਾ ਸਿੰਘ ਬੱਬਰ, ਜਿਸ ਦਾ ਕਿ ਰਿਵਾਲਵਰ ਪਹਿਲਾਂ ਹੀ ਬੜੇ ਪਿਆਰ ਦੇ ਨਾਲ ਲੈ ਲਿਆ ਜਾਂਦਾ ਹੈ ਉਸ ਦੀ ਦੋਸਤੀ ਦੀ ਆੜ ਦੇ ਵਿੱਚ ਜਵਾਲਾ ਸਿੰਘ ਦੇ ਵੱਲੋਂ, ਪਰ ਉਹਦੇ ਕੋਲ ਇੱਕ ਗ੍ਰਨੇਡ ਹੈ, ਸਿਰਫ ਇੱਕ ਗ੍ਰਨੇਡ ਜਿਹੜਾ ਹਮੇਸ਼ਾ ਆਪਣੇ ਕੋਲ ਰੱਖਦਾ ਹੈ। ਸੁੱਤੇ ਪਏ ਨੂੰ ਦੋਹਾਂ ਬਾਹਾਂ ਤੋਂ ਦੋਹਾਂ ਲੱਤਾਂ ਤੋਂ ਜਕੜ ਲਿਆ ਜਾਂਦਾ ਹੈ ਤੇ ਉਹਦੇ ਵਾਲ ਖਿੱਚ ਦਿੱਤੇ ਜਾਂਦੇ ਨੇ। ਉੱਠਣ ਦੀ ਕੋਸ਼ਿਸ਼ ਕਰਦਾ ਹੈ, ਨਹੀਂ ਉੱਠਿਆ ਜਾਂਦਾ। ਸਾਹਮਣੇ ਉਸਦੇ ਹਾਰਟਨ ਖੜਾ ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਕਮਰੇ ਦੇ ਵਿੱਚੋਂ, ਉਸ ਕੋਠੇ ਦੇ ਵਿੱਚੋਂ ਗ੍ਰਿਫਤਾਰ ਕਰਕੇ ਜਦੋਂ ਬਾਹਰ ਨੂੰ ਤੁਰਨ ਲੱਗਦੇ ਨੇ ਤਾਂ ਉਸ ਵੇਲੇ ਹਾਰਟਨ ਇੱਕ ਗੱਲ ਕਹਿੰਦਾ ਧੰਨਾ ਸਿੰਘ तुम तो कहते थे कि जब तक जीवन है मैं इन फिरंगियों के हाथ नहीं आऊंगा, अब आ गए ना हमारे हाथ। ਹੁਣ ਧੰਨਾ ਸਿੰਘ ਦੀ ਇਹ ਜਿਹੜੀ ਬੋਲੀ ਹੈ ਨਾ ਉਹਦੇ ਸੀਨੇ ਨੂੰ ਪਾੜਦੀ ਹੈ। ਤੁਰਿਆ ਜਾ ਰਿਹਾ ਹੌਲੀ ਹੌਲੀ ਨਾਲ, ਉਹਦੇ ਪੈਰਾਂ ਦੇ ਵਿੱਚ ਸੰਗਲ ਪਾ ਦਿੱਤਾ ਜਾਂਦਾ ਹੈ, ਉਹਦੇ ਹੱਥਾਂ ਦੇ ਵਿੱਚ ਹੱਥ ਕੜੀਆਂ ਲਾ ਦਿੱਤੀਆਂ ਜਾਂਦੀਆਂ ਨੇ ਤੇ ਉਸ ਵੇਲੇ ਜਿਹੜਾ ਹਾਰਟਨ ਹੈ ਉਹ ਇੱਕ ਹੌਲਦਾਰ ਨੂੰ ਕਹਿੰਦਾ ਆਪਣੀ ਜੇਬ ਚੋਂ ਰੁਮਾਲ ਕੱਢ, ਇਹਦੀਆਂ ਅੱਖਾਂ ਬੰਨ ਕੇ ਲੈ ਕੇ ਜਾਇਆ ਜਾਏ। ਧੰਨਾ ਸਿੰਘ ਨੂੰ ਉਹ ਬੋਲੀ ਚੁੱਭ ਚੁੱਕੀ ਹੈ। ਧੰਨਾ ਸਿੰਘ ਕਹਿੰਦਾ ਓਏ ਹਾਰਟਨ, ਉਹ ਹੁਣ ਇੰਨੀ ਜ਼ਰੂਰਤ ਵੀ ਨਹੀਂ ਹੈ ਤੂੰ ਮੇਰੇ ਨਾਲ ਅੱਖਾਂ ਮਿਲਾ ਸਕੇ। ਉਹ ਇੱਕ ਹੌਲਦਾਰ ਨੂੰ ਕਹਿ ਰਿਹਾ ਹੈ ਕਿ ਮੇਰੀਆਂ ਅੱਖਾਂ ਤੇ ਪੱਟੀ ਬੰਨੇ, ਤੇਰੇ 'ਚ ਇਹ ਜ਼ਰੂਰਤ ਨਹੀਂ ਹੈ, ਤੂੰ ਕਾਹਦਾ ਪੁਲਿਸ ਦਾ ਮੁਖੀ, ਤੇਰੇ ਵਿੱਚ ਇੰਨੀ ਵੀ ਜ਼ਰੂਰਤ ਨਹੀਂ ਹੈ ਕਿ ਤੂੰ ਆਪਣੇ ਰੁਮਾਲ ਦੇ ਨਾਲ ਮੇਰੀਆਂ ਅੱਖਾਂ ਬੰਨ ਸਕੇ। ਕਈ ਵਾਰੀ ਇੰਜ ਹੁੰਦਾ ਹੈ ਕਿ ਮਨੁੱਖ ਨੂੰ ਕਿਸੇ ਨਾ ਕਿਸੇ ਦੀ ਬੋਲੀ ਇੰਨੀ ਵੱਜਦੀ ਹੈ ਕਿ ਬੰਦੇ ਦੇ ਅੰਦਰ ਅਣਖ ਜਾਗਦੀ ਹੈ। ਹਾਰਟਨ ਨੇ ਹੱਥ ਕੜੀ ਵਾਲਾ ਸੰਗਲ ਨਾਲ ਦੇ ਸਿਪਾਹੀ ਨੂੰ ਫੜਾਇਆ ਤੇ ਹੌਲਦਾਰ ਨੂੰ ਕਹਿੰਦਾ ਲਿਆਓ ਮੈਨੂੰ ਰੁਮਾਲ ਦੇ ਦਿਓ। ਰੁਮਾਲ ਦੇ ਕੇ ਧੰਨਾ ਸਿੰਘ ਬੱਬਰ ਦੀਆਂ ਅੱਖਾਂ ਦੇ ਉੱਪਰ ਬੰਨਣ ਤੇ ਨੇੜੇ ਹੁੰਦਾ ਹੈ, ਕਿਉਂਕਿ ਧੰਨਾ ਸਿੰਘ ਉਦੋਂ ਤੱਕ ਜੋ ਕਰਨਾ ਸੀ ਉਹ ਆਪਣਾ ਤੈਅ ਕਰ ਚੁੱਕਾ ਸੀ, ਜਿਹੜਾ ਵੀ ਵਰਤਾਰਾ ਵਾਪਰਨਾ ਸੀ ਉਹ ਤੈਅ ਕਰ ਚੁੱਕਾ ਸੀ। ਪਰ ਉਹ ਚਾਹੁੰਦਾ ਸੀ ਕਿ ਕਿਤੇ ਇਹ ਨਾ ਹੋਵੇ ਕਿ ਹੋਰ ਤਾਂ ਮੇਰੇ ਨਾਲ ਉੱਡ ਜਾਣ ਤੇ ਜਿਹੜਾ ਮੁੱਖ ਦੋਸ਼ੀ ਹੈ ਉਹ ਬਚ ਜਾਵੇ। ਮੇਰੇ ਨੇੜੇ ਹਾਰਟਨ ਆਉਣਾ ਚਾਹੀਦਾ ਹੈ। ਇਸੇ ਕਰਕੇ ਉਸਨੇ ਹਾਰਟਨ ਨੂੰ ਮੰਗਾ ਰਿਹਾ, ਕੀ ਗੱਲ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਨਹੀਂ ਕਰ ਸਕਦਾ? ਜੇ ਇੰਨਾ ਹੀ ਡਰਦਾ ਮੇਰੇ ਤੋਂ, ਮੇਰੇ ਤਾਂ ਪੈਰ ਵੀ ਵੱਜੇ ਤੇ ਹੱਥ ਵੀ ਵੱਜੇ, ਤੂੰ ਮੇਰੇ ਤੋਂ ਇੰਨਾ ਡਰ ਰਿਹਾ, ਤੂੰ ਮੇਰੀਆਂ ਅੱਖਾਂ ਨੂੰ ਬੰਨ। ਜਦੋਂ ਉਹ ਉਸਦੇ ਕੋਲ ਰੁਮਾਲ ਲੈ ਕੇ ਬੰਨਣ ਵਾਸਤੇ ਆਇਆ, ਉਹਨੇ ਇੰਨੀ ਜ਼ੋਰ ਦੀ ਝਟਕਾ ਮਾਰਿਆ ਉਹ ਬਰੂਦ ਫਟ ਗਿਆ, ਜਸਟਿਨ ਉੱਡ ਗਿਆ।
ਗੁਲਜ਼ਾਰਾ ਸਿੰਘ ਉੱਡ ਗਿਆ, ਹੌਟਨ ਉੱਡ ਗਿਆ, ਹੋਰ ਕਈ ਸਿਪਾਹੀ ਜਿਹੜੇ ਸੀਗੇ ਉਹ ਵੀ ਅਲਵਿਦਾ ਕਹਿ ਗਏ ਤੇ ਧੰਨਾ ਸਿੰਘ ਬੱਬਰ ਨੇ ਆਪਣਾ ਉਹ ਪ੍ਰਣ ਪੂਰਾ ਕਰ ਦਿੱਤਾ ਜਿਹੜਾ ਕਿ ਇਸ ਸਦੀ ਦੇ ਇਤਿਹਾਸ ਦਾ ਪਹਿਲਾ ਮਨੁੱਖੀ ਬੰਬ ਸੀ। ਬਾਕੀ ਚਾਹੇ ਅਸੀਂ ਲਿਬਰੇਸ਼ਨ ਆਫ ਤਾਲਿਬ ਇਲਮ ਦੀ ਗੱਲ ਕਰਦੇ ਹਾਂ, ਧੰਨੂ ਦੀ ਗੱਲ ਕਰਦੇ ਹਾਂ, ਜਾਂ ਫਿਰ ਅਸੀਂ ਰੀਮ ਰਿਆਸ਼ੀ ਦੀ ਹਮਾਸ ਦੀ ਗੱਲ ਕਰਦੇ ਹਾਂ, ਜਾਂ ਫਿਰ ਅਜੋਕੇ ਸਮੇਂ ਦੇ ਵਿੱਚ ਅਸੀਂ ਸੈਕੰਡ ਵਰਲਡ ਵਾਰ ਦੀ ਗੱਲ ਕਰਕੇ ਕੈਮੀਕੈਜ਼ੀ ਜਿਹੜੇ ਪਾਇਲਟ ਨੇ ਉਹਨਾਂ ਨੂੰ ਇਸ ਦਾਇਰੇ ਦੇ ਵਿੱਚ ਲਿਆ ਕੇ ਵੇਖਦੇ ਹਾਂ। ਪਰ ਸਹੀ ਅਰਥਾਂ ਦੇ ਵਿੱਚ ਜੇਕਰ ਮਨੁੱਖਤਾ ਦੇ ਭਲੇ ਦੀ ਖਾਤਰ ਜਾਂ ਕਈ ਹੋਰ ਅਣਮੁੱਲੀਆਂ ਜਾਨਾਂ ਨੂੰ ਬਚਾਉਣ ਦੇ ਵਾਸਤੇ ਮਨੁੱਖ ਆਪਣੀ ਅਣਮੁੱਲੀ ਜਾਨ ਕੁਰਬਾਨ ਕਰਦਾ ਹੈ ਤੇ ਸੱਚ ਜਾਣਿਓ ਉਸ ਸ਼ਹਾਦਤ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਭਾਈ ਧੰਨਾ ਸਿੰਘ ਬੱਬਰ ਤੋਂ, ਜਿਹੜਾ ਕਿ ਇਸ ਸਮੇਂ ਇਸ ਵਰਤਾਰੇ ਦੇ ਵਿੱਚ ਸਿੱਖਾਂ ਦਾ ਪਹਿਲਾ ਸ਼ਹੀਦ ਗਿਣਿਆ ਜਾਂਦਾ ਹੈ। ਤੇ ਜਦੋਂ ਅਸੀਂ ਸ਼ਹੀਦ ਨੂੰ ਤੇ ਉਸ ਦੀ ਪਰਿਭਾਸ਼ਾ ਨੂੰ ਡਿਫਾਈਨ ਕਰਦੇ ਹਾਂ, ਭਾਵੇਂ ਕਿ ਇਹ ਸ਼ਬਦ ਅਰਬੀ ਭਾਸ਼ਾ ਦਾ ਇਸਲਾਮ ਦੇ ਵਿੱਚੋਂ ਆਇਆ ਔਰ ਇਹਦਾ ਜਿਹੜਾ ਮਤਲਬ ਹੈ, ਵੈਸੇ ਸ਼ਹੀਦ ਸ਼ਬਦ ਮੁਕੱਦਸ ਕੁਰਾਨ ਸ਼ਰੀਫ ਦੇ ਵਿੱਚ ਨਹੀਂ ਹੈ, ਹਦੀਸਾਂ 'ਚ ਜ਼ਿਕਰ ਮਿਲਦਾ ਹੈ। ਕਲਮਾ ਸ਼ਹਾਦਤ ਜੁਰ ਇਸਲਾਮ ਦਾ ਹਿੱਸਾ ਹੈ। ਉਹਦੇ ਵਿੱਚ ਹੈ ਕਿ ਉਹ ਮਨੁੱਖ ਜਿਹੜਾ ਕਾਫਰਾਂ ਦੇ ਖਿਲਾਫ ਲੜਦਾ ਮੈਦਾਨੇ ਜੰਗ ਦੇ ਵਿੱਚ ਜਾਮੇ ਸ਼ਹਾਦਤ ਪੀ ਜਾਂਦਾ ਹੈ ਤੇ ਖੁਦਾ ਦੇ ਕੋਲ ਜਾ ਕੇ ਇਸ ਗੱਲ ਦਾ ਗਵਾਹ ਹੈ ਕਿ ਮੈਂ ਜਿੱਥੇ ਕਾਫਰਾਂ ਨੂੰ ਖਤਮ ਕੀਤਾ ਹੈ ਉੱਥੇ ਮਨੁੱਖਤਾ ਦੇ ਘਾਣ ਦੇ ਵਾਸਤੇ ਉਹਦੇ ਪ੍ਰਤੀ ਜ਼ਿੰਮੇਵਾਰ ਲੋਕਾਂ ਨੂੰ ਉਹਨਾਂ ਦਾ ਫਲ ਭੁਗਤਾ ਕੇ ਫਿਰ ਤੇਰੀ ਦਰਗਾਹ ਦੇ ਵਿੱਚ ਆਇਆ। ਪਰ ਇਸਲਾਮ ਨੇ ਸ਼ਹਾਦਤ ਸ਼ਬਦ ਨੂੰ ਜਨਮ ਦੇ ਕੇ ਇਸ ਦੇ ਪੈਰਾਮੀਟਰ ਜਿਹੜੇ ਨੇ ਉਹ ਬੜੇ ਛੋਟੇ ਰੱਖੇ ਨੇ, ਪੈਰਾਮੀਟਰ ਇਸ ਦੇ ਬਹੁਤ ਛੋਟੇ ਰੱਖੇ ਨੇ। ਜਿਸ ਤਰ੍ਹਾਂ ਕਿ ਜੰਗੇ ਉਹਦ ਦੇ ਵਿੱਚ ਇਸਲਾਮ ਧਰਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਲੜ ਰਹੇ ਨੇ, ਲੜਦਿਆਂ ਲੜਦਿਆਂ ਉਮੈਦ ਬਿਨ ਕਮਈਆ ਨਾਂ ਦਾ ਜਰਨੈਲ ਵਾਰ ਕਰਦਾ, ਮੁਹੰਮਦ ਸਾਹਿਬ ਦੇ ਚਿਹਰੇ ਤੇ ਕਿਰਪਾਨ ਵੱਜਦੀ ਹੈ, ਜ਼ਮੀਨ ਤੇ ਡਿੱਗ ਪੈਂਦੇ ਨੇ। ਉਹਨਾਂ ਸਮਿਆਂ ਦੇ ਵਿੱਚ ਇੱਕ ਵਰਤਾਰਾ ਵਾਪਰਦਾ ਸੀ ਕਿ ਕੁਝ ਲੋਕ ਜਿਹੜੇ ਮੌਤ ਤੋਂ ਡਰਦੇ ਹੁੰਦੇ ਸੀ ਉਹ ਮੈਦਾਨੇ ਜੰਗ ਦੇ ਵਿੱਚ ਦੁਸ਼ਮਣ ਤੋਂ ਬਚਣ ਦੇ ਵਾਸਤੇ ਮਰਨ ਦਾ ਨਾਟਕ ਕਰਦੇ ਸੀ, ਪਰ ਮਰੇ ਨਹੀਂ ਸੀ ਹੁੰਦੇ। ਸਾਹ ਰੋਕ ਕੇ ਜ਼ਮੀਨ ਤੇ ਪੈ ਜਾਣਾ, ਹਿਲਜੁਲ ਨਾ ਕਰਨੀ ਕਿ ਦੁਸ਼ਮਣ ਮਰਿਆ ਹੋਇਆ ਸਮਝ ਕੇ ਛੱਡ ਜਾਵੇ। ਤੇ ਦੁਸ਼ਮਣ ਕੀ ਕਰਦਾ ਸੀ? ਦੰਦ ਤੋੜ ਕੇ ਵੇਖਦਾ ਸੀ ਕਿ ਜੇਕਰ ਇਹ ਜਿਉਂਦਾ ਹੋਇਆ ਦੰਦ ਤੋੜਨ ਦੇ ਨਾਲ ਜ਼ਰੂਰ ਹਿੱਲੇਗਾ। ਇਹਦਾ ਜ਼ਿਕਰ ਕਿਸੇ ਸਿੱਖ ਸਰੋਤ ਨੇ ਨਹੀਂ ਕੀਤਾ, ਵਾਰਿਸ ਆਪਣੀ ਹੀਰ 'ਚ ਕਰਦਾ ਹੈ। ਉਸ ਤੋਂ ਪਹਿਲਾਂ ਅਕਬਰ ਨਜ਼ੀਬਾਬਾਦੀ ਆਪਣੀ ਉਰਦੂ ਦੀ ਕਿਤਾਬ ਤਾਰੀਖ ਇਸਲਾਮ 'ਚ ਕਰਦਾ ਹੈ। ਬੜੀ ਪਿਆਰੀ ਗੱਲ ਕਰਦਾ ਹੈ, ਕਹਿੰਦਾ ਹੈ ਕਿ ਉਮੈਦ ਬਿਨ ਕਮਈਆ ਦਾ ਇੱਕ ਜਰਨੈਲ ਘੋੜੇ ਤੋਂ ਉਤਰਦਾ ਹੈ ਤੇ ਮੁਹੰਮਦ ਸਾਹਿਬ ਦਾ ਦੰਦ ਤੋੜਦਾ ਹੈ ਪੱਥਰ ਦੇ ਨਾਲ। ਮੁਹੰਮਦ ਸਾਹਿਬ ਨਹੀਂ ਹਿਲ ਰਹੇ। ਕਿਉਂ ਨਹੀਂ ਹਿਲ ਰਹੇ? ਕਿਉਂਕਿ ਮੌਤ ਦਾ ਡਰ ਹੈ। ਸੋ ਉਹ ਟੁੱਟੇ ਦੰਦ ਨੂੰ ਇਹ ਨਹੀਂ ਕਹਿੰਦੇ ਕਿ ਮੁਹੰਮਦ ਸਾਹਿਬ ਦਾ ਦੰਦ ਤੋੜ ਕੇ ਵੇਖਿਆ ਗਿਆ। ਵਾਰਿਸ ਆਪਣੀ ਹੀਰ 'ਚ ਲਿਖਦਾ ਹੈ, ਕਹਿੰਦਾ ਵਾਰਿਸ ਨਬੀ ਦਾ ਦੰਦ ਸ਼ਹੀਦ ਹੋਇਆ, ਤਕਦੀਰ ਨਾ ਕਿਸੇ ਤੋਂ ਹਟਦੀ ਹੈ, ਦਿੱਤੀ ਜ਼ਹਿਰ ਤਕਦੀਰ ਨੇ ਹਸਨ ਤਾਈ ਸੀਸ ਸ਼ਾਹ ਹੁਸੈਨ ਤੱਕ ਕੱਟਦੀ ਹੈ। ਉਹ ਕਹਿੰਦੇ ਦੰਦ ਟੁੱਟਾ ਨਹੀਂ, ਦੰਦ ਸ਼ਹੀਦ ਹੋਇਆ। ਪਰ ਸਾਡੇ 'ਚ, ਸਾਡੀ ਕੌਮੀਅਤ 'ਚ ਸ਼ਹਾਦਤ ਦਾ ਪੈਰਾਮੀਟਰ ਬੜਾ ਉੱਚਾ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋਤੀ ਜੋਤ ਸਮਾਉਣ ਦਾ ਮੁੱਖ ਕਾਰਨ ਜਿਹੜਾ ਹੈ ਉਹ ਜਮਸ਼ੇਦ ਖਾਨ ਪਠਾਨ ਦਾ ਵੱਜਾ ਸ਼ੁਰਾ ਹੈ। ਪਰ ਅਸੀਂ ਕਦੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਸ਼ਹੀਦ ਸ਼ਬਦ ਨਹੀਂ ਵਰਤੇ। ਕਿਉਂ? ਕਿਉਂਕਿ ਭਾਵੇਂ ਇਹ ਵਰਤਾਰਾ ਗੁਰੂ ਦੇ ਨਾਲ ਵਾਪਰਿਆ ਪਰ ਅਸੀਂ ਇਸ ਸ਼ਬਦ ਦਾ ਕਦੀ ਵੀ ਪੈਰਾਮੀਟਰ ਨਹੀਂ ਨੀਵਾਂ ਹੋਣ ਦਿੱਤਾ। ਅਸੀਂ ਇਹਦੇ ਮਾਪਦੰਡਾਂ ਨੂੰ ਬਹੁਤ ਉੱਚਾ ਰੱਖਿਆ। ਇਸੇ ਕਰਕੇ ਸ਼ਹੀਦੀ ਸਿੱਖ ਸੰਕਲਪ ਦੇ ਵਿੱਚ ਇੱਕ ਬੜਾ ਪਵਿੱਤਰ ਸੰਕਲਪ ਹੈ। ਸਿੱਖ ਦੀ ਸ਼ਹਾਦਤ ਜਿਹੜੀ ਹੈ ਉਹ ਕਿਸੇ ਲਾਲਚ ਵਸ ਨਹੀਂ ਹੈ ਜਿਸ ਤਰ੍ਹਾਂ ਬਾਕੀ ਧਰਮਾਂ ਦੇ ਵਿੱਚ ਹੈ। ਇੱਥੇ ਆਪਣਾ ਆਪਾ ਕੁਰਬਾਨ ਕਰ ਦਿਓ, ਉੱਥੇ ਜਾ ਕੇ ਹੂਰਾਂ ਮਿਲਣਗੀਆਂ, ਉੱਥੇ ਜਾ ਕੇ ਤੁਹਾਨੂੰ ਨਸ਼ੇ ਮਿਲਣਗੇ, ਉੱਥੇ ਅੰਗੂਰ ਦੀ ਸ਼ਰਾਬ ਮਿਲੇਗੀ। ਸਾਡੀ ਕੌਮ ਵਿੱਚ ਇਵੇਂ ਦਾ ਲਾਲਚ ਨਹੀਂ ਹੈ। ਸਾਡਾ ਇਹ ਹੈ ਕੇਵਲ ਤੇ ਕੇਵਲ ਕਿ ਮਨੁੱਖਤਾ ਦੇ ਭਲੇ ਦੇ ਵਾਸਤੇ ਆਪਣਾ ਆਪਾ ਕੁਰਬਾਨ ਕਰ ਦੇਣਾ। ਸਾਡੀ ਕੌਮੀਅਤ ਵਿੱਚ ਸ਼ਹਾਦਤ ਦਾ ਜਿਹੜਾ ਸੰਕਲਪ ਹੈ ਉਹ ਇੱਥੋਂ ਤੱਕ ਸੀਮਤ ਹੈ। ਉਹ ਕਿਸੇ ਉਸ ਲਾਲਚ ਦੇ ਵਿੱਚ ਨਹੀਂ ਹੈ ਕਿ ਸਾਨੂੰ ਜੰਨਤ ਦੇ ਵਿੱਚ ਕੀ ਮਿਲੇਗਾ। ਇਹ ਸੰਕਲਪ ਕੇਵਲ ਤੇ ਕੇਵਲ ਮਨੁੱਖਤਾ ਦੇ ਭਲੇ ਦੀ ਪੂਰਤੀ ਦੇ ਹਿੱਤ ਹੈ ਔਰ ਉਹ ਜਿਹੜੇ ਭਲੇ ਦੀ ਪੂਰਤੀ ਹੈ ਉਹ ਸਰਬੱਤ ਦੇ ਭਲੇ ਦੇ ਸੰਕਲਪ ਦੇ ਵਿੱਚੋਂ ਪ੍ਰਗਟ ਹੋ ਰਹੀ ਹੈ। ਅਕਸਰ ਅਸੀਂ ਅਰਦਾਸ ਦੇ ਵਿੱਚ ਖੜੇ ਹੋ ਕੇ ਬੜੇ ਪਿਆਰ ਦੇ ਨਾਲ ਇਹ ਸ਼ਬਦ ਕਹਿ ਦਿੰਦੇ ਆ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸ਼ਬਦ ਬੜੇ ਛੋਟੇ ਜਿਹੇ ਨੇ ਪਰ ਜਿਹੜਾ ਇਹਦਾ ਅੰਤਮ ਚਰਨ ਹੈ ਸਰਬੱਤ ਦਾ ਭਲਾ, ਉਹਦੇ ਤੱਕ ਪਹੁੰਚਣ ਦੇ ਵਾਸਤੇ ਜਿਹੜੀਆਂ ਸਟੇਜਸ ਨੇ ਉਹ ਪਹਿਲੀ ਹੈ ਨਾਮ, ਨਾਨਕ ਨਾਮ। ਜਿੰਨਾ ਚਿਰ ਸੁਰਤ ਤੇ ਸ਼ਬਦ ਦਾ ਵਿਕਾਸ ਹੋ ਕੇ ਇੱਕਮਿਕਤਾ ਨਹੀਂ ਹੁੰਦੀ ਨਾਮ, ਉਹਨਾਂ ਚਿਰ ਤੱਕ ਚੜ੍ਹਦੀ ਕਲਾ, ਹਾਈ ਸਪਿਰਿਟਸ ਨਹੀਂ ਆ ਸਕਦੀਆਂ।
ਤੇ ਜਿਸ ਮਨੁੱਖ ਦੇ ਵਿੱਚ ਚੜ੍ਹਦੀ ਕਲਾ ਨਹੀਂ ਹੈ, ਉਹਦੇ ਕੁਝ ਕਦੀ ਵੀ ਭਾਣਾ ਮੰਨਣ ਦਾ ਬਲ ਨਹੀਂ ਆ ਸਕਦਾ, ਤੇ ਜਿਹਦੇ ਕੋਲ ਭਾਣਾ ਮੰਨਣ ਦੀ ਸਮਰੱਥਾ ਨਹੀਂ ਹੈ, ਉਹ ਕਦੀ ਵੀ ਆਪਣਾ ਆਪਾ ਕੁਰਬਾਨ ਕਰਕੇ ਸਰਬੱਤ ਦਾ ਭਲਾ ਨਹੀਂ ਕਰ ਸਕਦਾ। ਸੋ ਨਾਮ, ਚੜ੍ਹਦੀ ਕਲਾ, ਭਾਣਾ ਤੇ ਸਰਬੱਤ ਦਾ ਭਲਾ, ਇਹਨਾਂ ਚਾਰ ਚੀਜ਼ਾਂ ਨੂੰ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਸੋ ਸਰਬੱਤ ਦੇ ਭਲੇ ਦੇ ਵਾਸਤੇ ਉਹੀ ਮਨੁੱਖ ਆਪਣਾ ਆਪਾ ਕੁਰਬਾਨ ਕਰ ਸਕਦਾ ਹੈ ਜਿਹੜਾ ਮਨੁੱਖ ਪਹਿਲਾਂ ਇਹਨਾਂ ਤਿੰਨ ਸੰਕਲਪਾਂ ਦੀ ਪੂਰਤੀ ਕਰਦਾ ਹੈ, ਜਿਹਦੇ ਚ ਨਾਮ ਹੈ, ਚੜ੍ਹਦੀ ਕਲਾ ਹੈ, ਭਾਣਾ ਮੰਨਣਾ ਹੈ, ਤੇ ਉਹਦਾ ਅੰਤਮ ਚਰਨ ਜਿਹੜਾ ਹੈ ਸਰਬੱਤ ਦਾ ਭਲਾ ਹੈ। ਤੇ ਉਸ ਸਰਬੱਤ ਦੇ ਭਲੇ ਦੀ ਕੋਈ ਸੀਮਾ ਨਹੀਂ ਹੈ। ਉਹਦੇ ਵਾਸਤੇ ਆਪਣਾ ਆਪਾ ਕੁਰਬਾਨ ਕਰਨਾ ਉਹਦੇ ਮਾਰਗ ਦਾ ਕੇਵਲ ਤੇ ਕੇਵਲ ਇੱਕ ਹਿੱਸਾ ਹੈ, ਉਹ ਅੰਤਮ ਚਰਨ ਨਹੀਂ ਹੈ। ਪਰ ਸਿੱਖ ਸ਼ਹਾਦਤ ਦੇ ਫਲਸਫੇ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਇਸ ਦਾ ਇੱਕ ਸ਼ਾਹੀ ਜਲਾਲ ਹੈ। ਸੋ ਜਿਸ ਵੇਲੇ ਸਰਦਾਰ ਦਿਲਾਵਰ ਸਿੰਘ ਦੀ ਸ਼ਹਾਦਤ ਹੁੰਦੀ ਹੈ, ਮੈਂ ਕਈ ਵਾਰੀ ਹੈਰਾਨ ਰਹਿ ਜਾਂਦਾ। ਇੱਕ ਆਪਣੀ ਤਸਵੀਰ ਉਹਨਾਂ ਨੇ ਸਰਦਾਰ ਬਲਵੰਤ ਸਿੰਘ ਨੂੰ ਦਿੱਤੀ। ਮੈਂ ਜਦੋਂ ਉਹਨਾਂ ਦੇ ਉੱਪਰ ਇੱਕ ਮੈਗਜ਼ੀਨ ਦਾ ਕੰਮ ਕਰ ਰਿਹਾ ਸੀ ਤੇ ਮੈਨੂੰ ਉਹ ਤਸਵੀਰ ਵੇਖਣ ਦਾ ਮੌਕਾ ਮਿਲਿਆ। ਉਸ ਤਸਵੀਰ ਦੇ ਪਿੱਛੇ ਸਰਦਾਰ ਦਿਲਾਵਰ ਸਿੰਘ ਨੇ ਕੁਝ ਸਤਰਾਂ ਲਿਖੀਆਂ ਨੇ। ਉਹ ਤਸਵੀਰ ਦੀ ਸਕੈਨਿੰਗ ਕਾਪੀ ਮੇਰੇ ਕੋਲ ਅੱਜ ਵੀ ਪਈ ਹੈ। ਉਹਦੇ ਪਿੱਛੇ ਬੜੇ ਪਿਆਰੇ ਸ਼ਬਦ ਲਿਖੇ ਨੇ, ਭਾਵੇਂ ਉਹ ਸ਼ਬਦ ਪੰਜਾਬੀ ਲੋਕਧਾਰਾ ਦੇ ਰੂਪ ਦੇ ਵਿੱਚ ਨੇ, ਪਰ ਸਿੱਖ ਦੀ ਜਿਹੜੀ ਸੁਰਤ ਹੈ ਮਨੁੱਖਤਾ ਦੇ ਭਲੇ ਦੇ ਵਾਸਤੇ ਉਹਦਾ ਮਿਆਰ ਕਿੱਥੇ ਟਿਕਿਆ ਹੈ ਤੇ ਉਹ ਆਪਣੇ ਤਨ ਨੂੰ ਕੀ ਸਮਝ ਰਿਹਾ ਹੈ। ਅਕਸਰ ਜਦੋਂ ਅਸੀਂ ਗੁਰਮਤਿ ਵਿਚਾਰਧਾਰਾ ਦੇ ਵਿੱਚ ਆਪਣਾ ਆਪਾ ਕੁਰਬਾਨ ਕਰਨ ਦੀ ਗੱਲ ਕਰਦੇ ਹਾਂ ਤਾਂ ਭਾਈ ਸਾਹਿਬ ਗੁਰਦਾਸ ਕਹਿੰਦੇ ਵੈਸੇ ਤਾਂ ਹਰ ਸਿੱਖ ਕਹਿੰਦਾ ਹੈ, ਕਬ ਲਾਗੈ ਮਸਤਕ ਚਰਨਨ ਰਜ, ਦਰਸ ਦਿਆ ਦ੍ਰਿਗਨ ਕਬ ਦੇਖੂੰ, ਅੰਮ੍ਰਿਤ ਬਚਨ ਸੁਨੋ ਕਬ ਸਰੁਣ, ਕਬ ਰਸਨਾ ਬੇਨਤੀ ਬਸੇਖੂੰ। ਵੈਸੇ ਤਾਂ ਹਰ ਸਿੱਖ ਦੇ ਹਿਰਦੇ ਦੀ ਅਰਦਾਸ ਹੁੰਦੀ ਹੈ, ਕਬ ਲਾਗੈ ਮਸਤਕ ਚਰਨਨ ਰਜ, ਕਦੋਂ ਮੇਰੇ ਮੱਥੇ ਨੂੰ ਗੁਰੂ ਦੇ ਚਰਨਾਂ ਦੀ ਧੂੜ ਲੱਗੇ, ਦਰਸ ਦਇਆ ਦ੍ਰਿਗਨ ਕਬ ਦੇਖੂੰ, ਤੇ ਉਸ ਦਿਆਲੂ ਪਰਮਾਤਮਾ ਦੇ ਦਰਸ਼ਨ ਦਿਦਾਰੇ ਮੈਨੂੰ ਕਦੋਂ ਹੋਣ, ਅੰਮ੍ਰਿਤ ਬਚਨ ਸੁਨੋ ਕਬ ਸਰੁਣ, ਕਦੋਂ ਮੈਂ ਉਸ ਦੇ ਅੰਮ੍ਰਿਤਮਈ ਬਚਨਾਂ ਨੂੰ ਸੁਣ ਕੇ ਆਪਣੀ ਮਾਨਸਿਕਤਾ ਨੂੰ ਰੂਹਾਨੀ ਗਿਆਨ ਦੇ ਨਾਲ ਸਰਸ਼ਾਰ ਕਰ ਸਕਾਂ, ਤੇ ਉਸ ਸਰਸ਼ਾਰ ਹੋਣ ਤੋਂ ਬਾਅਦ ਕਬ ਰਸਨਾ ਬੇਨਤੀ ਬਸੇਖੋ, ਮੇਰੇ ਜ਼ੁਬਾਨ ਦੇ ਉੱਪਰ ਗੁਰੂ ਦੇ ਮਿਲਾਪ ਦੀ ਅਰਦਾਸ ਤੇ ਫਰਿਆਦ ਆ ਸਕੇ। ਇਹ ਤਾਂ ਹਰ ਸਿੱਖ ਕਹਿੰਦਾ ਹੈ। ਪਰ ਇਹ ਫਲਸਫੇ ਦਾ ਇੱਕ ਹੋਰ ਰੂਪ ਹੈ। ਜਿਹੜੀ ਗੱਲ ਦਿਲਾਵਰ ਸਿੰਘ ਹੁਣਾਂ ਨੇ ਲਿਖੀ ਉਸ ਆਪਣੀ ਤਸਵੀਰ ਦੇ ਪਿਛਲੇ ਪਾਸੇ ਆਪਣੇ ਪੈਨ ਦੇ ਨਾਲ, ਉਹ ਬੜੇ ਪਿਆਰੇ ਸ਼ਬਦ ਨੇ। ਉਹ 'ਚ ਲਿਖਿਆ, ਸਾਡਾ ਤਾਂ ਇੱਕ ਦੁਨੀਆ ਅੰਦਰ ਜੋਗੀ ਵਾਲਾ ਫੇਰਾ ਹੈ, ਨਾ ਹੀ ਇਹ ਜਗ ਤੇਰਾ ਸਜਣਾ, ਨਾ ਹੀ ਇਹ ਜਗ ਮੇਰਾ ਹੈ, ਇਸ ਸੋਹਣੀ ਨੂੰ ਡੋਬਣ ਲਈ ਤਾਂ ਕੱਚਾ ਘੜਾ ਬਥੇਰਾ ਹੈ। ਮੈਂ ਹੈਰਾਨ ਰਹਿ ਗਿਆ ਇਹਨਾਂ ਸ਼ਬਦਾਂ ਤੋਂ। ਉਹ ਕਿਹੜੇ ਸੰਕਲਪ ਦੀ ਪੂਰਤੀ ਕਰ ਰਹੇ ਨੇ? ਕਿੱਥੇ ਸਿੱਖ ਨੂੰ ਆਪਣਾ ਜਿਸਮ ਕੱਚਾ ਘੜਾ ਡਿੱਗ ਰਿਹਾ? ਵੈਸੇ ਤਾਂ ਅਸੀਂ ਜਦੋਂ ਗੁਰਮਤਿ ਵਿਚਾਰਧਾਰਾ ਨੂੰ ਪੜ੍ਹਦੇ ਹੈ ਤਾਂ ਅਸੀਂ ਸਾਰੇ ਕੱਚੇ ਘੜੇ। ਕਹਾ ਬਿਸਾਸਾ ਇਸ ਭਾਂਡੇ ਕਾ ਇਤਨਾ ਕੋ ਲਾਗੇ ਠਨਕਾ, ਪਤਾ ਨਹੀਂ ਕਿਹੜੇ ਵੇਲੇ ਥੋੜਾ ਜਿਹਾ ਠਨਕਾ ਲੱਗਣਾ ਤੇ ਇਸ ਭਾਂਡੇ ਨੇ ਟੁੱਟ ਜਾਣਾ। ਪਰ ਸੱਚ ਜਾਣਿਓ, ਉਹਨਾਂ ਲੋਕਾਂ ਦੀ ਮਾਨਸਿਕਤਾ ਜਿਹੜੇ ਇਸ ਮਾਰਗ ਦੇ ਉੱਪਰ ਤੁਰਦੇ ਹੋਏ ਸ਼ਹਾਦਤ ਪ੍ਰਾਪਤ ਕਰਦੇ ਨੇ, ਉੱਥੇ ਜਦੋਂ ਉਹ ਕੱਚੇ ਘੜੇ ਦੇ ਨਾਲ ਆਪਣੇ ਤਨ ਨੂੰ ਤਸ਼ਬੀਹ ਦੇ ਰਿਹਾ ਤੇ ਉਹਦਾ ਮਾਨਸਿਕ ਮਿਆਰ ਵੇਖਣਾ ਪਵੇਗਾ ਕਿ ਕਿੰਨਾ ਉੱਚਾ ਹੈ। ਉੱਥੇ ਸਰਦਾਰ ਦਿਲਾਵਰ ਸਿੰਘ ਦੇ ਉਸ ਆਤਮਿਕ ਓਜ ਨੂੰ ਸਮਝਣ ਦੀ ਲੋੜ ਹੈ, ਜਿਸ ਨੂੰ ਅਸੀਂ ਕੇਵਲ ਤੇ ਕੇਵਲ ਫਲਸਫੇ ਦੇ ਸ਼ਬਦਾਂ ਦੇ ਵਿੱਚ ਕੈਦ ਨਹੀਂ ਕਰ ਸਕਦੇ, ਜਿਸ ਨੂੰ ਅਸੀਂ ਕਰੇਜੀ ਪੁਣੇ ਚ ਕੈਦ ਨਹੀਂ ਕਰ ਸਕਦੇ, ਜਿਸ ਨੂੰ ਅਸੀਂ ਐਕਟਰ ਆਫ ਆਬਜ਼ਰਵੇਸ਼ਨ ਦੀ ਗੱਲ ਨਹੀਂ ਕਰ ਸਕਦੇ, ਜਿਹਦੇ ਵਿੱਚ ਅਸੀਂ ਟਰੂ ਬਲੀਵਰਿਜ਼ਮ ਦੇ ਨਾਲ ਉਸ ਨੂੰ ਨਹੀਂ ਜੋੜ ਸਕਦੇ, ਕਿਉਂਕਿ ਉਹਦੇ ਕੋਲ ਕੋਈ ਲਾਲਚ ਨਹੀਂ ਹੈ। ਪਰ ਇਹਦੇ ਬਾਵਜੂਦ ਜਿਹੜੀ ਗੱਲ ਵੀਰ ਜੀ ਨੇ ਕੀਤੀ ਸੀ ਕਿ ਜੇ ਪੰਜਾਬ ਦੇ ਵਿੱਚ ਸ਼ਾਂਤੀ ਆਉਂਦੀ ਹੈ ਤੇ ਦਿਲਾਵਰ ਸਿੰਘ ਦੇ ਕਰਕੇ ਆਉਂਦੀ। ਕਿਉਂ? ਕਿਉਂਕਿ ਸਿੱਖੀ ਦੇ ਸੰਕਲਪ ਨੂੰ ਸਮਝਦਾ ਹੋਇਆ ਉਹ ਆਪਣੇ ਤਨ ਨੂੰ ਘੜਾ ਸਮਝ ਰਿਹਾ ਹੈ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਤਾਂ ਕੀ ਘੜੇ ਦੇ ਟੁੱਟਣ ਦੀ ਗੱਲ ਨਹੀਂ ਹੁੰਦੀ? ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਠੀਕਰ ਫੋਰ ਦਲੀਸ ਸਿਰ, ਆਪਣੇ ਤਨ ਦਾ ਠੀਕਰਾ ਦਿੱਲੀ ਦੇ ਸਿਰ ਭੰਨ ਦਿੱਤਾ, ਪ੍ਰਭਪੁਰ ਕੀਆ ਪਿਆਨ। ਫਿਰ ਅਗਲੀ ਗੱਲ ਕਹਿੰਦੇ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਇਸ ਤੋਂ ਪਹਿਲਾਂ ਦੁਨੀਆ ਦੇ ਇਤਿਹਾਸ 'ਚ ਇਹ ਵਰਤਾਰਾ ਨਹੀਂ ਵਾਪਰਿਆ। ਕਿਉਂ? ਕਿਉਂਕਿ ਸੱਚ ਜਾਣਿਓ, ਦੁਨੀਆ ਦੇ ਇਤਿਹਾਸ ਦੇ ਵਿੱਚ ਇਹ ਵਰਤਾਰਾ ਕਦੀ ਵਾਪਰ ਹੀ ਨਹੀਂ ਸਕਦਾ ਕਿ ਜਿਸ ਜੰਜੂ ਦੀ, ਜਿਸ ਧੋਤੀ ਦੀ, ਜਿਸ ਟੋਪੀ ਦੀ, ਜਿਸ ਤਿਲਕ ਦੀ ਪਹਿਲੇ ਜਾਮੇ ਦੇ ਵਿੱਚ ਇਹ ਕਹਿ ਕੇ ਵਿਰੋਧਤਾ ਕਰ ਦਿੱਤੀ ਹੋਵੇ ਕਿ ਇਹ ਜਦੇਊ ਜੀ ਕਾ ਹੈ ਤਾਂ ਪੰਡੇ ਕੱਤ, ਮੇਰਾ ਇਸ ਜਨੇਊ ਦੇ ਨਾਲ, ਇਹਨਾਂ ਧਾਰਮਿਕ ਚਿੰਨ੍ਹਾਂ ਦੇ ਨਾਲ ਕੋਈ ਸੰਬੰਧ ਨਹੀਂ ਹੈ। ਤੇ ਉਸੇ ਹੀ ਧਾਰਮਿਕ ਚਿੰਨ੍ਹਾਂ ਦੇ ਧਾਰਨੀ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆ ਰਹੇ ਨੇ ਤੇ ਗੁਰੂ ਪਾਤਸ਼ਾਹ ਕਹਿ ਰਹੇ ਨੇ ਕਿ ਠੀਕ ਹੈ, ਮੈਂ ਇਹਨਾਂ ਚਿੰਨ੍ਹਾਂ ਨੂੰ ਬਚਾਉਣ ਦੇ ਵਾਸਤੇ ਆਪਣਾ ਆਪਾ ਕੁਰਬਾਨ ਕਰਨ ਨੂੰ ਤਿਆਰ ਹਾਂ, ਤੇ ਉੱਥੇ ਜਿਹੜਾ ਠੀਕਰ ਫੋਰ ਦਲੀਸ ਸਿਰ, ਉੱਥੇ ਜਿਹੜਾ ਤਨ ਦਾ ਭਾਂਡਾ ਭੰਜੜਾ ਹੈ, ਉਸ ਤਨ ਦੇ ਭਾਂਡੇ ਨੇ ਦੁਨੀਆ ਦੇ ਇਤਿਹਾਸ ਦੇ ਵਿੱਚ ਜਿਹੜਾ ਆਪਣਾ ਇੱਕ
ਰੂਪ ਸਾਹਮਣੇ ਸਾਡੇ ਪ੍ਰਗਟ ਕੀਤਾ, ਉਹ ਹੈ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਜਿਵੇਂ ਦੀ ਕੁਰਬਾਨੀ ਦੁਨੀਆ ਦੇ ਇਤਿਹਾਸ ਦੇ ਵਿੱਚ ਨਹੀਂ ਹੋ ਸਕਦੀ। ਇਸੇ ਕਰਕੇ ਮੈਂ ਕਹਿੰਦਾ ਕਿ ਜੇਕਰ ਦੁਨੀਆ ਦੇ ਉੱਪਰ ਅੱਜ ਵਿਸ਼ਵ ਵਿਆਪੀ ਪੱਧਰ ਦੇ ਉੱਪਰ ਮਨੁੱਖੀ ਅਧਿਕਾਰ ਦਿਵਸ ਕਿਸੇ ਦਿਨ ਨੂੰ ਕਿਹਾ ਜਾਂਦਾ ਹੈ ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਦਿਨ ਹੈ। ਕਿਉਂਕਿ ਮਨੁੱਖੀ ਅਧਿਕਾਰਾਂ ਦੇ ਮਾਪਦੰਡ ਕੇਵਲ ਇੱਥੋਂ ਤੱਕ ਸੀਮਤ ਰਹਿ ਗਏ ਨੇ ਕਿ ਕਿਸੇ ਕੌਮੀਅਤ ਦਾ ਘਾਣ ਹੋ ਰਿਹਾ ਹੈ ਤੇ ਮੀਡੀਆ ਦੇ ਵਿੱਚ ਜਾਂ ਕਿਸੇ ਹੋਰ ਰੂਪ ਦੇ ਵਿੱਚ ਆਵਾਜ਼ ਉਠਾਈ ਜਾਵੇ, ਪਰ ਆਵਾਜ਼ ਉਠਾਉਣ ਦਾ ਮਾਪਦੰਡ ਇੰਨਾ ਉੱਚਾ ਵੀ ਹੋ ਸਕਦਾ ਹੈ ਕਿ ਕਿਸੇ ਹੋਰ ਧਰਮ ਦਾ ਰਹਿਬਰ ਆਪਣਾ ਆਪਾ ਕੁਰਬਾਨ ਕਰ ਦੇਵੇ। ਇਹ ਕੇਵਲ ਤੇ ਕੇਵਲ ਗੁਰੂ ਸਾਹਿਬਾਨ ਦੇ ਹਿੱਸੇ ਹੈ। ਇਸੇ ਕਰਕੇ ਕਰੀ ਨਾ ਕਿਨਹੂ ਆਨ, ਇਹ ਕਿਰਿਆ ਦੁਹਰਾਈ ਨਹੀਂ ਜਾ ਸਕਦੀ। ਇਸੇ ਤਰ੍ਹਾਂ ਦੇ ਨਾਲ ਹੀ ਦਿਲਾਵਰ ਸਿੰਘ ਦੀ ਜਿਹੜੀ ਸ਼ਹਾਦਤ ਹੈ, ਉਸ ਸ਼ਹਾਦਤ ਦੇ ਵਿੱਚ ਵੀ ਸਿੱਖੀ ਦੇ ਉਹ ਸੰਕਲਪ ਜਿਹੜੇ ਨੇ ਉਹ ਮੂਰਤੀਮਾਨ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਸ਼ਹਾਦਤ ਦਾ ਜਲਾਲ ਹੈ ਔਰ ਜਿਹੜੇ ਵਿਚਾਰਧਾਰਾ ਨੂੰ ਸਮਝਦੇ ਨੇ। ਸ਼ਾਇਦ ਤੁਹਾਨੂੰ ਯਾਦ ਹੋਵੇ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਵੇਈਂ ਪ੍ਰਵੇਸ਼ ਤੋਂ ਬਾਅਦ ਸੁਲਤਾਨਪੁਰ ਲੋਧੀ ਬਾਹਰ ਆਉਂਦੇ ਨੇ ਸਾਡੇ ਇਤਿਹਾਸਕ ਸਰੋਤਾਂ ਦੇ ਮੁਤਾਬਕ, ਤੇ ਉਹਨਾਂ ਨੂੰ ਬੁਲਾਇਆ ਜਾਂਦਾ ਸੁਲਤਾਨਪੁਰ ਲੋਧੀ ਦੇ ਰਾਜੇ ਦੇ ਦਰਬਾਰ ਦੇ ਵਿੱਚ। ਸ਼ਿਕਾਇਤ ਹੋਈ ਹੈ। ਸ਼ਿਕਾਇਤ ਦਾ ਕਾਰਨ ਕੀ ਹੈ ਕਿ ਆਵਾਜ਼ ਫਿਜ਼ਾ ਦੇ ਵਿੱਚ ਇਹ ਗੂੰਜ ਰਹੀ ਹੈ, ਨਾ ਹਮ ਹਿੰਦੂ ਨਾ ਮੁਸਲਮਾਨ। ਤੇ ਸੱਚ ਜਾਣਿਓ, ਜਿੱਥੇ ਰਾਜਸੀ ਸੱਤਾ ਮੁਸਲਮਾਨ ਦੇ ਕੋਲ ਹੈ ਤੇ ਧਾਰਮਿਕ ਕਰਮਕਾਂਡ ਜਿਹੜੇ ਨੇ ਉਹ ਹਿੰਦੂ ਦੇ ਕੋਲ ਹੈ, ਉਹਦੇ ਵਿੱਚ ਇੱਕ ਤੀਜੀ ਆਵਾਜ਼ ਜਨਮ ਲੈ ਲਵੇ। ਇੱਕ ਪਾਸੇ ਰਾਜਸੀ ਸੱਤਾ ਹੈ, ਇੱਕ ਪਾਸੇ ਬ੍ਰਾਹਮਣਵਾਦੀ ਕਰਮਕਾਂਡ ਨੇ। ਅੱਜ ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਅਸੀਂ ਬਹੁਤਾਤ ਰੂਪ ਦੇ ਵਿੱਚ ਸਿੱਖੀ ਦੀ ਜਿਹੜੀ ਸੁਰਤ ਹੈ ਉਹਨੂੰ ਨਾ ਸਮਝਦੇ ਹੋਏ ਇੱਕ ਬ੍ਰਹਮਨਿਸਟਿਕ ਨੇਚਰ ਦੇ ਦਾਇਰੇ ਚੋਂ ਨਿਕਲ ਕੇ ਦੂਸਰੀ ਬ੍ਰਹਮਨਿਸਟਿਕ ਨੈਸ਼ਨਲਿਜ਼ਮ ਦੇ ਦਾਇਰੇ 'ਚ ਜਾ ਰਹੇ ਹਾਂ। ਔਰ ਸਾਡਾ ਕਸੂਰ ਕਿੱਥੇ ਹੈ ਕਿ ਅਸੀਂ ਉਸ ਬ੍ਰਾਹਮਣਵਾਦੀ ਰਾਸ਼ਟਰਵਾਦ ਦੇ ਮੁਕਾਬਲੇ ਪੰਜਾਬੀ ਜਾਂ ਸਿੱਖੀ ਦਾ ਰਾਸ਼ਟਰਵਾਦ ਸਿਰਜਣ 'ਚ ਨਾਕਾਮ ਰਹੇ ਹਾਂ ਇੱਕ ਵੱਡੇ ਪੱਧਰ ਦੇ ਉੱਪਰ। ਅਸੀਂ ਹੁਣ ਉੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਸ਼ਾਹੀ ਕਾਜ਼ੀ ਕਹਿੰਦਾ ਹੈ ਕਿ ਨਾ ਹਿੰਦੂ ਤੇ ਨਾ ਮੁਸਲਮਾਨ ਦੀ ਗੱਲ ਨਾ ਕਰ, ਤੂੰ ਸਲਾਮ ਕਿਉਂ ਨਹੀਂ ਕਰ ਰਿਹਾ ਨਵਾਬ ਸਾਹਿਬ ਨੂੰ? ਤੇ ਜਿੱਥੇ ਹਿੰਦੂ ਤੇ ਮੁਸਲਮਾਨ ਦੇ ਰਾਜਸੀ ਤੇ ਕਰਮਕਾਂਡੀ ਦਾਇਰਿਆਂ ਚੋਂ ਮਨੁੱਖ ਦੀ ਸੁਰਤ ਆਜ਼ਾਦ ਹੋ ਜਾਂਦੀ ਹੈ ਤੇ ਪਾਤਸ਼ਾਹ ਦੇ ਜਿਹੜੇ ਸ਼ਬਦ ਨੇ ਨਾ ਉਹ ਕਹਿੰਦੇ ਨੇ ਸੱਚੇ ਸਾਹਿਬ ਕੋ ਸਲਾਮ ਕੀਆ ਹੈ, ਅਬ ਕਿਸੇ ਔਰ ਕੋ ਨਹੀਂ ਕਰਤੇ। ਜਿਹੜਾ ਸਿਰ ਸੱਚੇ ਸਾਹਿਬ ਦੇ ਚਰਨਾਂ 'ਚ ਝੁਕ ਚੁੱਕਾ ਹੈ ਹੁਣ ਕਿਸੇ ਦੇ ਅੱਗੇ ਨਹੀਂ ਝੁਕ ਸਕਦਾ। ਤੇ ਬਿਲਕੁਲ ਇਹੀ ਸ਼ਬਦ ਇੱਕ ਵਾਰੀ ਫਿਰ ਇੱਕ ਹੋਰ ਨਵਾਬ ਦੀ ਕਚਹਿਰੀ 'ਚ ਗੂੰਜਦੇ ਨੇ। ਵਜ਼ੀਰ ਖਾਨ, ਉਸ ਦੀ ਕਚਹਿਰੀ 'ਚ ਇੱਕ ਪਾਸੇ ਸੁੱਚਾ ਨੰਦ ਹੈ, ਇੱਕ ਪਾਸੇ ਉਸਦੇ ਹੋਰ ਦਰਬਾਰੀ ਖੜੇ ਨੇ, ਕਾਜ਼ੀ ਖੜਾ ਹੈ ਤੇ ਸਾਹਮਣੇ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੋ ਫਰਜ਼ੰਦ। ਤੇ ਉਹਨਾਂ ਨੂੰ ਸੁੱਚਾ ਨੰਦ ਕਹਿ ਰਿਹਾ ਹੈ, ਕਹਿੰਦਾ ਕਿ ਜੇਕਰ ਤੁਸੀਂ ਵਜ਼ੀਰ ਖਾਨ ਨੂੰ ਸਲਾਮ ਕਰਦੇ ਹੋ ਤਾਂ ਇਸ ਦੀ ਔਰੰਗਜ਼ੇਬ ਦੇ ਨਾਲ ਚੰਗੀ ਗੱਲ ਹੈ, ਤੁਹਾਡਾ ਰਾਜ ਵੀ ਵਾਪਸ ਮਿਲ ਸਕਦਾ ਹੈ, ਅਨੰਦਪੁਰ ਸਾਹਿਬ ਵੀ ਵਾਪਸ ਮਿਲ ਸਕਦਾ ਹੈ, ਹੂਰਾਂ ਦੇ ਨਾਲ ਤੁਹਾਡੇ ਨਿਕਾਹ ਹੋ ਸਕਦੇ ਨੇ, ਜਾਨ ਵੀ ਬਚ ਸਕਦੀ। ਗੱਲ ਤੇ ਸਲਾਮ ਕਰਨ ਦੀ ਹੈ। ਤੇ ਜਿਹੜਾ ਸਾਹਿਬਜ਼ਾਦਿਆਂ ਦਾ ਜਵਾਬ ਹੈ, ਹਕੀਮ ਅਲਾਯਾਰ ਖਾਂ ਜੋਗੀ ਲਿਖਦਾ ਹੈ, ਕਹਿੰਦਾ ਕਿੰਨੂੰ ਸਲਾਮ ਕਰੀਏ? पढ़ के नमाज पिता को जो करता कैद हो, खल्लक को उससे नेकी की भला क्या उम्मीद हो। जेड़ा अपने परिवार दे नाल इंसाफ नहीं कर सकिया, गुरु नानक दी गद्दी दे वारस ओदे अगे अपना सिर झुका देण। कहंदा नहीं, तैनूं पता नहीं वजीर दे कोल किन्नी ताकत है, तैनूं इह नहीं पता साडे कोल किन्नी ताकत है, ਅਸੀਂ ਤੁਹਾਨੂੰ ਝੁਕਾ ਸਕਦੇ ਹਾਂ। ਤੇ ਸੱਚ ਜਾਣਿਓ, ਅੱਜ ਫਿਰ ਉਸੇ ਗੱਲ ਨੂੰ ਸਮਝੀਏ ਕਿ ਨਾ ਹਮ ਹਿੰਦੂ ਤੇ ਨਾ ਮੁਸਲਮਾਨ ਦੇ ਵਿਚਕਾਰ ਜਿਹੜੀ ਵੱਖਰੀ ਵਿਚਾਰਧਾਰਾ ਫਿਰ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਗੂੰਜਦੀ ਹੈ, ਉਹ ਵਿਚਾਰਧਾਰਾ ਕੀ ਹੈ? ਅਲਾਯਾਰ ਖਾਂ ਜੋਗੀ ਕਹਿੰਦਾ ਸਾਹਮਣੇ ਵਜ਼ੀਰ ਖਾਨ ਤੇ ਉਹਦੇ ਖੱਬੇ ਹੱਥ ਸੁੱਚਾ ਨੰਦ, ਤੇ ਕਹਿੰਦਾ ਸਾਹਿਬਜ਼ਾਦੇ ਸਾਹਮਣੇ ਹੱਥ ਕਰਕੇ ਕਹਿੰਦੇ ਨੇ, ਕਹਿੰਦੇ ਫੌਜੋਂ ਪੇ ਨਾਜ ਤੁਮਕੋ। ਵਜ਼ੀਰ ਖਾਨ ਤੈਨੂੰ ਆਪਣੀਆਂ ਫੌਜਾਂ, ਰਾਜਸੀ ਸੱਤਾ, ਤੈਨੂੰ ਆਪਣੀਆਂ ਫੌਜਾਂ ਤੇ ਮਾਣ ਹੋਵੇਗਾ। ਦੂਜੀ ਗੱਲ, ਇਨੇ ਦੇਵੀ ਪੇ ਮਾਣ ਹੈ ਸੁੱਚਾ ਨੰਦ, ਇਹਨੂੰ ਆਪਣੇ ਦੇਵੀ ਦੇਵਤਿਆਂ ਤੇ ਮਾਣ ਹੋ ਸਕਦਾ, ਪਰ ਸਾਡੀ ਖੇਡ ਵੱਖਰੀ ਹੈ। ਆਸ਼ਿਕ ਹੈ ਹਮ ਖੁਦਾ ਕੇ ਹਥੇਲੀ ਪੇ ਜਾਨ ਹੈ, ਸਾਡੀ ਤਾਂ ਖੇਡ ਹੀ ਵੱਖਰੀ ਹੈ। ਸੋ ਅੱਜ ਵੀ ਜਿੰਨਾ ਚਿਰ ਅਸੀਂ ਇਹਨਾਂ ਸੰਕਲਪਾਂ ਨੂੰ ਨਹੀਂ ਸਮਝਦੇ, ਇਹਨਾਂ ਨੂੰ ਨਹੀਂ ਸਿਰਜਦੇ ਕਿ ਰਾਜਸੀ ਸ਼ਕਤੀ ਦੇ ਸਾਹਮਣੇ ਸਾਨੂੰ ਨਹੀਂ ਝੁਕਣਾ, ਤੇ ਦੂਜੇ ਪਾਸੇ ਆਪਣੇ ਨਿਆਰੇਪਨ ਨੂੰ ਵੀ ਬਰਕਰਾਰ ਰੱਖਣਾ ਹੈ। जे वजीर खान की कचहरी दे विच ये आवाज गूंज सकती है कि फौजों पे नाज इनको, इन्हें देवी पे मान है, आशिक है हम खुदा के हथेली पे जान है, जिन्ना चिर तक ये संकल्प साडी मानसिकता का हिस्सा नहीं बनते, उन्ना चिर तक इस संघर्ष नूं उसकी लीह ते नहीं तोड़िया जा सकता। सो अखीर दे विच वक्त मेरा समाप्त है। जिहड़ी भाई दिलावर सिंह की शहादत है
ਉਸ ਨੇ ਸਾਡੇ ਇਤਿਹਾਸ ਦੇ ਉਹਨਾਂ ਸੰਕਲਪਾਂ ਦਾ ਸਿਰਜਣ ਕੀਤਾ ਹੈ, ਜਿਨ੍ਹਾਂ ਸੰਕਲਪਾਂ ਨੇ ਸਾਡੇ ਸਾਹਮਣੇ ਇਹ ਦੁਹਰਾ ਦਿੱਤਾ ਹੈ ਕਿ ਬੇਸ਼ੱਕ ਮਨੁੱਖ ਦਾ ਜੀਵਨ ਬੜਾ ਕੀਮਤੀ ਹੈ। ਅਸੀਂ ਰੋਜ਼ ਪੜ੍ਹਦੇ ਵੀ ਹਾਂ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਮਿਲਾਪ ਦਾ ਸਾਧਨ ਹੈ। ਇਸ ਕੀਮਤੀ ਜੀਵਨ ਨੂੰ ਜੇਕਰ ਅਜਾਈਂ ਗਵਾ ਦਿੱਤਾ ਜਾਵੇ ਤਾਂ ਅਸੀਂ ਕਹਿੰਦੇ ਆਤਮਘਾਤੀ ਹੈ, ਜਗਤ ਕਸਾਈ। ਉਸ ਨੂੰ ਅਸੀਂ ਆਤਮਘਾਤ ਦੇ ਦਾਇਰੇ 'ਚ ਵੇਖਦੇ ਹਾਂ। ਪਰ ਜਿਹੜੀ ਸੁਰਤ ਦੀ ਸਮੇਲਤਾ ਦਾ ਜ਼ਿਕਰ ਹੈ, ਉੱਥੇ ਜਦੋਂ ਇਸ ਜਗਤ ਜਲੰਦੇ ਦੇ ਵਾਸਤੇ ਕੋਈ ਮਨੁੱਖ ਆਪਣੇ ਤਨ ਦਾ ਠੀਕਰਾ ਭੰਨ ਕੇ ਬਾਕੀ ਜਗਤ ਜਲੰਦੇ ਨੂੰ ਸੁੱਖ ਦਾ ਜੀਵਨ ਬਤੀਤ ਕਰਨ ਦੇ ਵਾਸਤੇ ਇੱਕ ਪ੍ਰੇਰਣਾ ਦਿੰਦਾ ਹੈ, ਜਾਂ ਫਿਰ ਉਹ ਮਾਂ-ਬਾਪ ਜਿਨ੍ਹਾਂ ਦੇ ਬੱਚੇ ਝੂਠੇ ਮੁਕਾਬਲਿਆਂ ਦੇ ਵਿੱਚ ਲਵਾਰਸ ਲਾਸ਼ਾਂ 'ਚ ਬਦਲੇ ਜਾ ਰਹੇ ਨੇ, ਜਦੋਂ ਕੋਈ ਸਿੱਖ ਆਪਣੇ ਤਨ ਦਾ ਟੁਕੜਾ ਟੁਕੜਾ ਹਵਾ ਦੇ ਵਿੱਚ ਉਡਾ ਦਿੰਦਾ ਹੈ, ਕਿਉਂ ਮੇਰੀ ਕੌਮ ਦੇ ਮਾਸੂਮਾਂ ਦੇ ਟੁਕੜੇ ਹਵਾ 'ਚ ਨਾ ਉੱਡਣ, ਤੇ ਇਹ ਸ਼ਹਾਦਤ ਦਾ ਸਿਖਰ ਹੈ। ਇੱਥੇ ਫਿਰ ਮੈਨੂੰ ਰੀਮ ਰਿਆਸ਼ੀ ਦੀ ਉਹ ਗੱਲ ਯਾਦ ਆ ਜਾਂਦੀ ਹੈ, ਕਹਿੰਦੀ ਮੈਨੂੰ ਪਤਾ ਹੈ ਮੈਂ ਬੰਬ ਬਣ ਕੇ ਜਾ ਰਹੀ ਹਾਂ, ਮੇਰੇ ਟੁਕੜੇ ਹਵਾ ਦੇ ਵਿੱਚ ਉੱਡਣਗੇ, ਪਰ ਖੁਦਾ ਨੇ ਮੇਰੇ ਘਰ ਚੰਨ ਵਰਗੇ 2 ਟੁਕੜੇ ਦਿੱਤੇ ਨੇ, ਤੇ ਉਹਨਾਂ ਟੁਕੜਿਆਂ ਦੀ ਯਾਦ ਦੇ ਵਿੱਚ ਜੁੜੀ ਮੈਂ ਚਾਹੁੰਦੀ ਹੈ ਕਿ ਜੇ ਮੇਰੀ ਕੌਮ ਦੇ ਮਾਸੂਮਾਂ ਦੇ ਟੁਕੜੇ ਉੱਡ ਰਹੇ ਨੇ ਤੇ ਮੇਰੇ ਟੁਕੜੇ ਜਿਹੜੇ ਨੇ ਖੁਦਾ ਦੀ ਯਾਦ ਦੇ ਵਿੱਚ ਉੱਡਣੇ ਚਾਹੀਦੇ ਨੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।